ਵਾਹਿਗੁਰੂ ਜੀ। ਗੁਰੂ ਨਾਨਕ ਭਾਗ ਪੰਕਜ ਬੰਦਨ, ਭਾਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਹਿਰਦੈ ਨਿਤ ਧਿਆਵੋ, ਹਿਰਦੈ ਨਿਤ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰਿ ਗੋਬਿੰਦ ਸੁਭ ਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਇ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਵਾਹਿਗੁਰੂ ਪੁਨ ਪੁਨ ਸੀਸਾ। ਬੰਦੋਂ ਬਾਰੰਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨੁਖ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਣਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ ਚੌਪਈ। ਗਣਪਤ ਆਦ ਬਿਘਨ ਕੇ ਹਰਤਾ, ਬ੍ਰਹਮਾਦਿਕ ਮੰਗਲ ਕੇ ਕਰਤਾ। ਸੁਰ ਗੁਰ ਆਦ ਸੁਮਤ ਦੇ ਕੇ ਦਾਨੀ, ਬਾਲਮੀਕ ਆਦ ਕਵ ਬਾਨੀ। ਗਣਪਤ ਆਦ ਬਿਘਨ ਕੇ ਹਰਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਪਤਿਤ ਪਾਵਨ, ਭਗਤ ਵਛਲ ਕਿਰਪਾ ਦੇ ਖਜ਼ਾਨੇ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਸਵਾਰੀ ਸਤ ਸੰਗਤ ਜੀਓ। ਸਾਹਿਬ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਸਰਬ ਵਿਆਪਕ ਨਿਰਗੁਣ ਬ੍ਰਹਮ ਰੂਪ ਰੇਖ ਤੇ ਜੋ ਨਿਆਰਾ ਹੈ। ਹਾਜ਼ਰ ਨਾਜ਼ਰ ਹੈ ਸਭ ਸ੍ਰਿਸ਼ਟੀ ਦਾ ਕਰਤਾ ਹਰਤਾ ਰੂਪ ਜੋ ਹੈ। ਹਰ ਜੀਵ ਦੇ ਘਟਾ ਘਟਾਂ ਵਿੱਚ ਵਸਣ ਵਾਲਾ, ਹਰ ਜੀਵ ਦੇ ਹਰੇਕ ਵਿਚਾਰਾਂ ਦੇ ਤਾਈਂ ਸਮਝਣ ਵਾਲਾ ਜੋ ਵਾਹਿਗੁਰੂ ਹੈ, ਅੰਤਰਜਾਮੀ ਹੈ। ਕਲਯੁਗ ਦੇ ਸਮੇਂ 'ਚ ਬਖਸ਼ਿਸ਼ ਕੀਤੀ ਹੈ ਸਾਡੇ ਜਗਤ ਜੀਵਾਂ ਦੇ ਦੁੱਖਾਂ ਨੂੰ ਹਰਨ ਲਈ, ਸੁੱਖ ਨੂੰ ਕਰਨ ਲਈ, ਮੁਕਤੀ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਕਿਰਪਾ ਕੀਤੀ। ਸਾਹਿਬ ਗੁਰੂ ਨਾਨਕ ਦਾ ਰੂਪ ਧਾਰਿਆ ਅਤੇ ਫਿਰ ਉਸ ਜੋਤ ਨੇ 10 ਸਰੀਰਾਂ ਦੇ ਪੁਸ਼ਾਕੇ ਪਹਿਨ ਕੇ ਕਲਯੁਗੀ ਜੀਵਾਂ ਦੇ ਉਧਾਰ ਲਈ ਬਖਸ਼ਿਸ਼ਾਂ ਕੀਤੀਆਂ। ਜੋ ਕੁਛ ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਮਾਉਣ ਵਾਸਤੇ ਹੁਕਮ ਕੀਤਾ, ਆਪ ਕਮਾ ਕੇ ਮਹਾਰਾਜ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਦੱਸਿਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਦੇ ਸਰੂਪ ਦੀ ਪ੍ਰਾਪਤੀ ਲਈ
ਪ੍ਰਾਣੀ ਮਾਤਰ ਦਾ ਪ੍ਰੈਕਟੀਕਲ ਜੀਵਨ ਕੈਸਾ ਹੋਵੇ ਉਹ ਕਰਕੇ ਵਿਖਾਇਆ ਹੈ। ਸਾਹਿਬ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਲਹਿਣਾ ਜੀ ਆਏ ਨੇ। ਬੇਸ਼ੱਕ ਸਤਿਗੁਰੂ ਨਾਨਕ ਸਾਹਿਬ ਨੇ ਹੁਕਮ ਕਰ ਦਿੱਤਾ, ਤੁਸੀਂ ਲੈਣਾ ਹੈ ਤੇ ਅਸੀਂ ਤੁਹਾਡਾ ਦੇਣਾ ਹੈ, ਤੇ ਧੁਰੋਂ ਹੀ ਮੱਥੇ ਤੇ ਲਿਖੇ ਹੋਏ ਨੇ। ਗੁਰੂ ਨਾਨਕ ਜੋਤ ਦੇ ਦੂਜੇ ਸਰੂਪ ਨੇ ਇਹ ਧੁਰੋਂ ਹੀ ਸਾਰਾ ਪ੍ਰਬੰਧ ਪਰਮੇਸ਼ਵਰ ਦਾ ਵਿਧਾਨ ਬਣਾਇਆ ਹੋਇਆ ਹੈ। ਗੁਰੂ ਨਾਨਕ ਦੀ ਸ਼ਰਨ ਵਿੱਚ ਆ ਕਰਕੇ ਲਹਿਣਾ ਜੀ ਦੇ ਰੂਪ ਵਿੱਚ ਜੋ ਗੁਰੂ ਨਾਨਕ ਨੇ ਸਿੱਖਿਆ ਸਿਖਾਈ, ਉਸ ਸਿੱਖਿਆ ਨੂੰ ਕਮਾ ਕੇ ਗੁਰੂ ਚਰਨਾਂ ਵਿੱਚ ਲਹਿਣਾ ਜੀ ਨੇ ਗੁਰਸਿੱਖੀ ਦਾ ਆਦਰਸ਼ ਪੇਸ਼ ਕੀਤਾ ਹੈ। ਕਿਉਂਕਿ ਜੇ ਇਹ ਗੱਲ ਕਹੀ ਜਾਏ, ਗੁਰੂ ਨਾਨਕ ਮਹਾਰਾਜ ਦੀ ਇਤਨਾ ਚਿਰ ਸੇਵਾ ਕੀਤੀ, ਗੁਰੂ ਬਣ ਗਏ। ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਸੇਵਾ ਕੀਤੀ, ਗੁਰੂ ਅੰਗਦ ਦੇਵ ਸਾਹਿਬ ਜੀ ਗੁਰੂ ਬਣ ਗਏ। ਪਿਛੋਕੜ ਕੁਛ ਹੋਰ ਹੈ। ਜਦੋਂ ਮਹਾਰਾਜ ਸਤਿਗੁਰੂ ਜੀ ਕਹਿੰਦੇ ਨੇ ਕਿ ਧੁਰੋਂ ਇਹ ਪਲੈਨ ਹੈ, 10 ਰੂਪ ਧਾਰਨੇ ਤੇ ਸ਼ਬਦ ਗੁਰੂ ਦਾ ਪ੍ਰਚਾਰ ਕਰਨਾ। ਜੇ ਲਹਿਣਾ ਜੀ ਆਏ ਨੇ, ਹੁਣ ਧੁਰੋਂ ਤਾਂ ਉਹਨਾਂ ਨੂੰ ਲੇਖ ਗੁਰੂ ਦਾ, ਗੁਰੂ ਪਦਵੀ ਪ੍ਰਾਪਤ, ਪਰ ਗੁਰੂ ਦੇ ਚਰਨਾਂ ਵਿੱਚ ਆ ਕਰਕੇ ਕਰ ਰਹੇ ਨੇ ਸੇਵਾ ਤੇ ਸਿੱਖੀ ਕਮਾ ਰਹੇ ਨੇ। ਇਸ ਵਾਸਤੇ ਕੋਈ ਹੁਣ ਸੇਵਾ ਬਾਬਾ ਬੁੱਢਾ ਸਾਹਿਬ ਨੇ ਕੀਤੀ, ਭਾਈ ਭਗੀਰਥ ਜੀ, ਭਾਈ ਸਧਾਰਨ ਜੀ ਹੁਣੀ ਮੁਖੀ ਸੇਵਕ ਸਨ, ਪਰ ਗੁਰਿਆਈ ਪੰਥ ਦੇ ਅਧਿਕਾਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਸਨ। ਤੋ ਸਾਹਿਬ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਅਸੀਂ ਸਰਵਣ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਹੁਣਾਂ ਨੇ ਨਿਮਰਤਾ ਅਧੀਨਗੀ ਦੇ ਸਹਿਤ ਵਾਹਿਗੁਰੂ ਪਰਮੇਸ਼ਵਰ ਸਤਿਗੁਰਾਂ ਦੀ ਜੋ ਬਖਸ਼ਿਸ਼ ਕੀਤੀ ਹੋਈ ਦਾਤ ਸੀ, ਉਹਨਾਂ ਨੂੰ ਸਮਤ ਉਹਦੇ ਅਨੁਸਾਰ ਸੁੰਦਰ ਛੰਦਾਬੰਦੀ ਦੇ ਵਿੱਚ ਕਰਕੇ ਉਹਨਾਂ ਨੇ ਬੜਾ ਸੁੰਦਰ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਰਚਨਾ ਕੀਤੀ। ਗੁਰੂ ਬਖਸ਼ਿਸ਼ ਨਾਲ ਉਸ ਦਾ ਅਸੀਂ ਵਿਚਾਰ ਸਰਵਣ ਕੀਤਾ ਹੈ। ਹੁਣ ਧੰਨ ਸਤਿਗੁਰੂ ਅੰਗਦ ਦੇਵ ਸਾਹਿਬ ਜੀ ਦਾ ਜੀਵਨ ਕਵੀ ਜੀ ਨੇ ਸ਼ੁਰੂ ਕਰਨਾ ਹੈ। ਹੁਣ ਨਾਨਕ ਪ੍ਰਕਾਸ਼ ਗ੍ਰੰਥ ਸੰਪੂਰਨ ਕੀਤਾ ਹੈ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਇਸ ਸਾਰੇ ਦਾ ਨਾਂ ਹੈ। ਇਹ ਕਿੱਦਾਂ ਅੱਗੇ ਗੱਲ ਚੱਲਣੀ, ਇਤਿਹਾਸ ਕਿਸ ਤਰ੍ਹਾਂ ਲਿਖਿਆ ਗਿਆ, ਸਾਡੇ ਤੱਕ ਕਿਵੇਂ ਪਹੁੰਚਾ ਹੈ, ਕਵੀ ਜੀ ਨੇ ਕਿਸ ਵਿਚਾਰ ਦੇ ਨਾਲ ਇਸ ਨੂੰ ਲਿਖਿਆ ਹੈ, ਤਾਂ ਕਵੀ ਜੀ ਸੋ ਪਹਿਲੇ ਇਸ ਗੱਲ ਦਾ ਖੁਲਾਸਾ ਕਰ ਰਹੇ ਨੇ। ਅਤੇ ਜੋ ਗੁਰੂ ਨਾਨਕ ਪ੍ਰਕਾਸ਼ ਹੈ ਉਹ 2 ਭਾਗਾਂ ਵਿੱਚ ਲਿਖਿਆ। ਇੱਕ ਦਾ ਨਾਂ ਲਿਖਿਆ ਪੂਰਬਾਰਧ, ਦੂਸਰੇ ਦਾ ਲਿਖਿਆ ਹੈ ਉਤਰਾਰਧ। ਸੂਰਜ ਦੇ ਨਾਲ ਦਿਨ ਦੇ 2 ਹਿੱਸੇ ਬਣਦੇ ਆ, ਇੱਕ ਸਵੇਰ ਵਾਲਾ ਦੁਪਹਿਰ ਤੋਂ ਪਹਿਲਾਂ ਪੂਰਬਾਰਧ ਹੈ, ਅੱਧੇ ਦਿਨ ਤੋਂ ਬਾਅਦ ਉਤਰਾਰਧ ਹੈ। ਇਹ 2 ਹਿੱਸੇ ਬਣਦੇ ਦਿਨ ਦੇ। ਹੁਣ ਅੱਗੇ ਆ ਜਾਂਦੇ ਨੇ 12 ਮਹੀਨੇ। ਹੁਣ 12 ਮਹੀਨੇ ਜਿਹੜੇ ਨੇ ਜੋਤਿਸ਼ ਵਿਦਿਆ ਦੇ ਅਨੁਸਾਰ 12 ਰਾਸਾਂ ਦੇ ਆਧਾਰ ਦੇ ਉੱਤੇ ਇਹਨਾਂ ਦੇ ਨਾਮ ਨੇ। ਜਿਸ ਤਰ੍ਹਾਂ ਸੋ ਮਾਘ ਦਾ ਮਹੀਨਾ ਕੁੰਭ ਲੱਗਦਾ ਹੈ, ਬੜੀ ਸ਼ੋਭਾ ਹੈ, ਉਸ ਨੂੰ ਮਕਰ ਸੰਕ੍ਰਾਂਤੀ ਕਿਹਾ ਜਾਂਦਾ ਹੈ। 12 ਰਾਸਾਂ ਨੇ। ਤੋ ਕਵੀ ਜੀ ਨੇ ਸੋ ਇੱਕ ਦਿਨ ਦੇ ਦੋਨੋਂ ਪੱਖ ਸੋ ਜਿਹੜੇ ਨੇ ਸੰਪੂਰਨ ਕੀਤੇ ਨੇ। ਹੁਣ ਰਾਸਾਂ ਸ਼ੁਰੂ ਕਰਨੀਆਂ ਨੇ। ਤੋ ਉਹਨਾਂ ਤੋਂ ਪਹਿਲਾਂ ਸੋ ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਅਕਾਲ ਪੁਰਖ ਦਾ ਮੰਗਲ, ਸਰਸਤੀ ਦਾ ਮੰਗਲ, 10 ਗੁਰੂਆਂ ਦਾ ਇਕੱਲੇ ਦਾ 10 ਗੁਰੂਆਂ ਦਾ ਇਕੱਠਾ ਮੰਗਲ ਕਰਕੇ ਸ਼ੋਭਾ ਕੀਤੀ ਹੈ। ਇਸ ਤਰੀਕੇ ਦੇ ਨਾਲ ਸੋ ਸਤਿਕਾਰਯੋਗ ਕਵੀ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਨੂੰ ਆਰੰਭ ਕਰਨ ਵੇਲੇ ਆਪ ਜੀ ਨੇ ਮੰਗਲਾਚਰਨ ਕੀਤੇ ਹਨ, ਜਿਨ੍ਹਾਂ ਵਿੱਚ ਉਹਨਾਂ ਨੇ ਆਪਣਾ ਇਸ਼ਟਾਪਤੀ
ਜੋ ਇਸ਼ਟ ਗੁਰੂ ਵਿੱਚ ਕਿਤਨੀ ਕੁ ਸ਼ਰਧਾ ਹੈ, ਤੇ ਜੋ ਉਹਨਾਂ ਦਾ ਗਿਆਨ ਹੈ, ਸੁੰਦਰ ਗਿਆਨ ਦੁਆਰਾ ਉਹਨਾਂ ਨੇ ਸੋਹਣੀ ਆਪਣੀ ਵਿਦਿਆ ਦਾ ਪ੍ਰਗਟਾਵਾ ਕਰਦੇ ਆ ਸ਼ਰਧਾ ਜਣਾਈ ਹੈ, ਵਿਦਵਤਾ ਜਣਾਈ ਹੈ ਗੁਰੂ ਬਖਸ਼ਿਸ਼ ਨਾਲ। ਸੋ ਅਸੀਂ ਪਿਛਲੇ ਸਮੇਂ ਦੇ ਵਿੱਚ ਮੰਗਲਾਚਰਨ ਜਿਹੜੇ ਹਨ ਉਹਨਾਂ ਦੀ ਵਿਚਾਰ ਸਰਵਣ ਕੀਤੀ ਹੈ। ਜੋ ਬਾਕੀ ਮੰਗਲਾਚਰਨ ਹਨ ਉਹਨਾਂ ਦਾ ਆਪਾਂ ਵਿਚਾਰ ਸਰਵਣ ਕਰਦੇ ਹਾਂ। ਇਹ ਪਹਿਲਾ ਅਧਿਆਏ ਜਿਹੜਾ ਹੈ ਇਹਨਾਂ ਦਾ ਨਾਮ ਅੰਸੂ ਰੱਖਿਆ, ਰਾਸ ਤੇ ਅੰਸੂ। ਪਹਿਲੀ ਰਾਸ, ਪਹਿਲਾ ਅੰਸੂ, ਪਹਿਲਾ ਅਧਿਆਇ ਜਿਹੜਾ ਹੈ ਇਹ ਮੰਗਲਾਚਰਨਾਂ ਦਾ। ਦੂਜੇ ਤੋਂ ਆਪ ਅੱਗੇ ਕਥਾ ਦੀ ਆਰੰਭਤਾ ਕਰਦੇ ਹਨ। ਆਓ ਪਿਆਰ ਪੂਰਵਕ ਸਾਹਿਬ ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਜੋ ਗੁਰਸਿੱਖ ਤੇ ਕੀਤੀ ਸਤਿਗੁਰਾਂ ਨੇ, ਉਹਨਾਂ ਦੀ ਕਲਮ ਤੋਂ ਜਿਸ ਤਰੀਕੇ ਨਾਲ ਗੁਰੂ ਦਾ ਜਸ ਬਿਆਨ ਹੈ ਸਰਵਣ ਕਰੀਏ। ਗੁਰੂ ਚਰਨਾਂ 'ਚ ਮਨ ਜੋੜਦੇ ਹੋਏ ਮੁਖ ਨੂੰ ਪਵਿੱਤਰ ਕਰੀਏ, ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ। ਚਉਪਈ ਗਣਪਤਿ ਆਦਿ ਬਿਗਨ ਕੇ ਹਰਤਾ। ਜਿਹੜੀਆਂ ਕੁਛ ਗੁਣਸ਼ੀਲ ਵਿਅਕਤੀਆਂ ਸਤਿਕਾਰਯੋਗ ਪੁਰਾਤਨ ਇਤਿਹਾਸਾਂ ਵਿੱਚ ਦਰਜ ਨੇ, ਪ੍ਰਗਟ ਹਨ, ਕਵੀ ਜੀ ਉਹਨਾਂ ਦਾ ਵੀ ਸਤਿਕਾਰ ਕਰਦੇ ਹਨ ਤੇ ਉਹਨਾਂ ਦਾ ਮੰਗਲਾਚਰਨ ਲਿਖਦੇ ਹਨ। ਕਹਿੰਦੇ ਗਣਪਤ ਆਦਿ, ਗਣਪਤੀ ਗਣਾਂ ਦਾ ਪਤੀ, ਗਣ ਨੇ ਸ਼ਿਵ ਜੀ ਦੇ, ਉਹਨਾਂ ਦੇ ਸਾਰਿਆਂ ਦੇ ਮੁਖੀ ਨੇ ਗਣੇਸ਼ ਜੀ। ਤੋ ਕਹਿੰਦੇ ਨੇ ਗਣੇਸ਼ ਆਦਿਕ ਜਿਹੜੇ ਸੋ ਸਾਰੇ ਵਿਘਨਾਂ ਨੂੰ ਦੂਰ ਕਰਨ ਵਾਲੇ ਮੰਨੇ ਜਾਂਦੇ ਹਨ। ਹਿੰਦੂ ਧਰਮ ਦੇ ਅੰਦਰ ਸਭ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕੀਤੀ ਜਾਂਦੀ ਹੈ। ਇਸ ਪ੍ਰਕਾਰ ਸੋ ਗਣਾਂ ਦੇ ਪਤੀ ਇਸ ਮੁਖੀ ਜਿਹੜੇ ਹਨ ਸੋ ਵਿਘਨਾਂ ਨੂੰ ਦੂਰ ਕਰਨ ਵਾਲੇ ਗਣੇਸ਼ ਜੀ। ਬ੍ਰਹਮਾਦਿਕ ਮੰਗਲ ਕੇ ਕਰਤਾ। ਉਹ ਬ੍ਰਹਮਾ ਆਦਿਕ ਜੋ ਮੰਗਲ ਖੁਸ਼ੀਆਂ ਦੇ ਕਰਤਾ, ਖੁਸ਼ੀਆਂ ਦੇਣ ਵਾਲੇ ਹਨ। ਸੁਰ ਗੁਰ ਆਦਿ ਸੁਮਤ ਕੇ ਦਾਨੀ। ਸੋ ਸੁਰ ਗੁਰ ਦੇਵਤਿਆਂ ਦੇ ਗੁਰੂ ਇਸ ਪ੍ਰਕਾਰ ਜੋ ਬ੍ਰਹਸਪਤੀ ਆਦਿਕ ਹਨ ਇਸ ਤਰੀਕੇ ਦੇ ਨਾਲ ਸੋਹਣੀ ਮੱਤ ਦੀ ਦੇਣ ਵਾਲੇ ਦਾਤੇ ਹਨ। ਵਾਲਮੀਕ ਆਦਿ ਕਵ ਬਾਨੀ। ਤੋ ਕਵੀਆਂ ਦੀ ਬਾਣੀ ਰਚਣ ਵਾਲੇ ਵਾਲਮੀਕ ਜੀ। ਸੋ ਦੱਸਿਆ ਜਾਂਦਾ ਕਿ ਵਾਲਮੀਕ ਜੀ ਨੇ ਭਗਵਾਨ ਰਾਮ ਜੀ ਦਾ ਜੀਵਨ ਰਾਮਾਇਣ, ਵਾਲਮੀਕੀ ਰਾਮਾਇਣ 10,000 ਵਰਸ ਪਹਿਲਾਂ ਲਿਖ ਦਿੱਤੀ ਸੀ ਵੀ ਇਹੋ ਜਿਹੇ ਰਾਮ ਹੋਣੇ, ਆਹ ਕੰਮ ਕਰਨੇ ਨੇ। ਤੋ ਐਸੇ ਵਾਲਮੀਕ ਜੀ ਜੋ ਕਵੀਆਂ ਦੀ ਬਾਣੀ ਰਚਣ ਵਾਲੇ ਹੋਏ ਹਨ। ਸ੍ਰੀ ਵਸਿਸ਼ਟ ਆਦਿਕ ਕੇ ਜੇ ਗਿਆਨੀ। ਤੇ ਸ੍ਰੀ ਵਸ਼ਿਸ਼ਟ ਜੀ ਭਗਵਾਨ ਰਾਮਚੰਦਰ ਜੀ ਦੇ ਗੁਰੂ ਜੀ ਹੋਏ ਹਨ। ਸੋ ਗਿਆਨਵਾਨ ਜੋ ਇਸ ਪ੍ਰਕਾਰ ਹੋਏ ਹਨ। ਬਿਆ ਇੰਦਰ ਆਦਿ ਦਾਇਕ ਰਾਜਧਾਨੀ। ਤੋ ਇੰਦਰ ਆਦਿਕ ਜੋ ਰਾਜਧਾਨੀ ਦੇ ਦੇਣ ਵਾਲੇ ਹਨ, ਭਾਵ ਜੋ ਸਵਰਗ ਦੇ ਰਾਜੇ ਹਨ। ਆਦ ਅਗਸਤ ਤਪੀ ਸੁਰ ਸਾਰੇ। ਤੋ ਆਦ ਤੋਂ ਲੈ ਕਰਕੇ ਤਪੀ ਜਿਹੜੇ ਹਨ, ਤਪੱਸਿਆ ਕਰਨ ਵਾਲੇ ਅਗਸਤ ਮੁਨੀ। ਸੋ ਜਿਸ ਵੇਲੇ ਕਹਿੰਦੇ ਦੇਵਤਿਆਂ ਨੇ ਜਗ ਰਚਿਆ ਸੀ ਤੇ ਇਸ ਪ੍ਰਕਾਰ ਸਮੁੰਦਰ ਕੋਲੋਂ ਪਾਣੀ ਮੰਗਿਆ, ਜਦੋਂ ਨਾਂਹ ਕਰ ਦਿੱਤੀ ਤੇ ਨਾਰਾਜ਼ਗੀ ਵਿੱਚ ਆ ਕਰਕੇ ਅਗਸਤ ਮੁਨੀ ਜੀ ਨੇ 2.5 ਚੁਲੀਆਂ ਕਰਕੇ ਸਾਰਾ ਸਮੁੰਦਰ ਹੀ ਸੀ ਪੀ ਲਿਆ ਸੀ। ਫਿਰ ਕਹਿੰਦੇ ਜਿਸ ਪ੍ਰਕਾਰ ਉਹ ਜੀਵ ਜੰਤੂ ਜਿਤਨੇ ਸਨ 42 ਲੱਖ ਜੀ ਜਲ ਮੇ, ਜਦੋਂ ਤੜਫਣ ਲੱਗੇ ਪਾਣੀ ਤੋਂ ਬਿਨਾਂ, ਤਰਸ ਆਇਆ, ਲਘੂ ਸ਼ੰਕਾ ਕਰਕੇ ਫਿਰ ਸਾਰਾ ਸਮੁੰਦਰ ਭਰ ਦਿੱਤਾ ਸੀ। ਕਹਿੰਦੇ ਇਸ ਲਈ ਖਾਰਾ ਹੈ। ਇਹ ਪੁਰਾਣਕ ਕਥਾਵਾਂ ਨੇ। ਤੋ ਕਵੀ ਜੀ ਸਤਿਕਾਰ ਕਰਦੇ ਨੇ ਉਹਨਾਂ ਮੁਨੀਆਂ ਰਸ। ਕਹਿੰਦੇ ਅਗਸਤ ਮੁਨੀ ਜੀ ਆਦਿ ਜੋ ਮਹਾਨ ਤਪੀਸਰ ਤਪੀਆਂ ਦੇ ਮੁਖੀ ਹੋਏ ਹਨ। ਬਿਆਸ ਆਦ ਬੇਦਨ ਕੇ ਪਾਰੇ। ਸੋ ਵੇਦਾਂ ਆਦਿਕ ਦਾ ਪਾਰ ਗਿਆਨ ਨੂੰ ਜਾਣਨ ਵਾਲੇ ਬਿਆਸ ਰਿਸ਼ੀ ਜੀ ਵਰਗੇ ਜਿਹੜੇ ਹੋਏ ਹਨ। ਆਦ ਯੁਧਿਸ਼ਟਰ ਧਰਮਗ ਭਾਰੇ। ਜਿਹੜੇ ਯੁਧਿਸ਼ਟਰ ਵਰਗੇ ਧਰਮਗ, ਧਰਮ ਦੇ ਗਿਆਤੇ, ਧਰਮ ਪੁੱਤਰ ਯੁਧਿਸ਼ਟਰ ਨੂੰ ਕਿਹਾ ਜਾਂਦਾ, ਇਹ ਜਿਹੜੇ ਹੋਏ ਹਨ। ਅਰਜਨ ਆਦ ਕ੍ਰਿਸ਼ਨ ਕੇ ਪਿਆਰੇ। ਭਗਵਾਨ ਕ੍ਰਿਸ਼ਨ ਜੀ ਦੇ ਭਗਤ ਪਿਆਰੇ ਅਰਜਨ ਜੀ ਹੋਏ ਹਨ। ਰਾਮਚੰਦ ਆਦਿਕ ਮਿਰਜਾਦਕ। ਜਿਹੜੇ ਭਗਵਾਨ ਰਾਮ ਜੀ ਮਰਜ਼ਾਦਾ ਪੁਰਸ਼ੋਤਮ ਮੰਨੇ ਜਾਂਦੇ ਹਨ। ਜਨ ਪ੍ਰੇ ਸ੍ਰੀ ਨਰ ਸਿੰਘ ਜੇ ਆਦਿਕ। ਤੋ ਨਰ ਸਿੰਘ ਅਵਤਾਰ ਆਪਣੇ ਭਗਤਾਂ ਨੂੰ ਪ੍ਰੇਮ ਕਰਨ, ਰੱਖਿਆ ਕਰਨ ਵਾਲੇ ਜੋ ਹੋਏ ਨੇ। ਸ੍ਰੀ ਘਨ ਸਿਆਮ ਆਦ ਰਸ ਗਿਆਤਾ। ਤੋ ਜੋ ਰਸਾਂ ਦੇ ਗਿਆਤੇ ਰਸੀਏ ਹੋਏ ਹਨ ਭਗਵਾਨ ਕ੍ਰਿਸ਼ਨ ਜੀ ਘਨ ਸਿਆਮ। ਸ੍ਰੀ ਬਾਮਨ ਆਦਿਕ ਛਲ ਜਾਤਾ। ਇਹ 52 ਅਵਤਾਰ ਵਰਗੇ ਜਿਨ੍ਹਾਂ ਨੇ ਛਲ ਕਰਨਾ ਜਾਣਿਆ, ਛਲਿਆ ਸੀ ਬਲ ਰਾਜੇ ਨੂੰ। ਦਸ਼ਰਥ ਆਦਿਕ ਪੂਰ ਪ੍ਰਤਿਗਿਆ। ਤੋ ਕਹਿੰਦੇ ਦਸ਼ਰਥ ਰਾਜਾ ਜੀ ਜੋ ਹੋਏ ਨੇ ਭਗਵਾਨ ਰਾਮ ਜੀ ਦੇ ਪਿਤਾ ਜੀ, ਸੋ ਉਹਨਾਂ ਨੇ
ਭਾਵੇਂ ਦੁੱਖ ਦੇ ਵਿੱਚ ਆਪਣਾ ਸਰੀਰ ਤਿਆਗ ਦਿੱਤਾ, ਪਰ ਪ੍ਰਤੱਗਿਆ ਜੋ ਪਰਨ ਕੀਤਾ ਸੀ ਉਹਨੂੰ ਸਿਰੇ ਨਿਭਾਇਆ ਸੀ। ਜੋਗ ਭੋਗ ਸਮ ਜਨਕ ਤਾ ਤੱਗਿਆ। ਤੋ ਤਤ ਦੇ ਗਿਆਤੇ ਜੋਗ ਭੋਗਰਿਸ਼ਤ ਵਿੱਚ ਰਹਿ ਕੇ ਪਰਮੇਸ਼ਵਰ ਦੀ ਪ੍ਰਾਪਤੀ ਕਰਨ ਵਾਲੇ, ਜੋਗ ਭੋਗ ਨੂੰ ਭੋਗਣ ਵਾਲੇ ਸੋ ਜਨਕ ਬਦੇਹੀ ਜੀ ਜੋ ਹੋਏ ਹਨ। ਗੋਰਖ ਆਦ ਸਿੱਧ ਸਮੁਦਾਏ। ਤੇ ਗੋਰਖਨਾਥ ਤੋਂ ਆਦ ਜਿਤਨੇ ਵੀ 84 ਸਿੱਧ ਆਦਿਕ ਗਣੇ ਜਾਂਦੇ ਸਾਰੇ ਜਿਹੜੇ ਹੋਏ ਨੇ। ਆਦ ਕਬੀਰ ਭਗਤ ਸਮੁਦਾਏ। ਆਦ ਭਗਤ ਜੀ ਤੋਂ ਲੈ ਕਰਕੇ ਜਿਤਨੇ ਭਗਤ ਹੋਏ ਹਨ। ਬੁੱਢੇ ਆਦਿਕ ਗੁਰ ਕੇ ਸਿੱਖ। ਗੁਰੂ ਦੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਵਰਗੇ ਜਿਹੜੇ ਹੋਏ ਨੇ। ਭਏ ਜੋ ਭੂਤ ਭਵਾਨ ਭਵਿੱਖ। ਜੋ ਤਿੰਨਾਂ ਹੀ ਕਾਲਾਂ ਵਿੱਚ ਐਸੇ ਮਹਾਰਾਜ ਦੇ ਪਿਆਰੇ ਬ੍ਰਹਮ ਗਿਆਨੀ ਸਿੱਖ ਜੋ ਹੋਏ ਹਨ। ਸਭ ਕੋ ਮੈਂ ਅਬ ਬੰਦਨ ਕਰਹੂੰ। ਕਵੀ ਜੀ ਕਹਿੰਦੇ ਮੈਂ ਸਭ ਸਤਿਕਾਰ ਯੋਗਾਂ ਨੂੰ ਨਮਸਕਾਰ ਕਰਦਾ ਹਾਂ। ਕਿਰਪਾ ਕਰਹੁ ਗੁਰ ਸੋ ਜਸ ਉਚਰਹੂੰ। ਤੇ ਸਭਨਾਂ ਨੂੰ ਬੇਨਤੀ ਹੈ ਨਮਸਕਾਰ ਕਰਕੇ ਮੇਰੇ ਤੇ ਕਿਰਪਾ ਕਰੋ, ਮੈਂ ਸਤਿਗੁਰਾਂ ਦਾ ਜਸ ਉਚਾਰਨ ਕਰਨਾ ਲਿਖਣਾ ਹੈ। ਸੂਰਜ ਆਦ ਜੇ ਕਰਹਿ ਪ੍ਰਕਾਸ਼ ਹੈ। ਇਸ ਪ੍ਰਕਾਰ ਜਿਸ ਤਰ੍ਹਾਂ ਸੂਰਜ ਆਦਿ ਤੋਂ ਲੈ ਕੇ ਪ੍ਰਕਾਸ਼ ਕਰਦਾ ਹੈ। ਚੰਦ ਆਦ ਜੇ ਸੀਤਲ ਰਸ ਹੈ। ਇਸ ਪ੍ਰਕਾਰ ਚੰਦਰਮਾ ਆਦਿਕ ਜੋ ਰਾਸ਼ੀਆਂ ਵਿੱਚ ਠੰਡੇ ਸੀਤਲ ਹਨ। ਨਾਰਦ ਆਦਿਕ ਪ੍ਰੇਮੀ ਜੇਈ। ਤੋ ਨਾਰਦ ਮੁਨੀ ਵਰਗੇ ਜੋ ਮਹਾਨ ਪ੍ਰੇਮੀ ਹਨ ਭਗਵਾਨ ਦੇ। ਸਾਰਦ ਆਦਿਕ ਬਖਤਾ ਤੇਈ। ਤੋ ਸਾਰਦਾ ਸੁਰਸਤੀ ਜਿਹੜੀ ਹੈ ਇਸ ਪ੍ਰਕਾਰ ਬਖਤਾ ਮਕਤਬ ਕਰਨ ਵਾਲੀ ਹੈ। ਸੁਰਸਤੀ ਜੋ ਸਾਰਦਾ ਹੈ। ਚਤੁਰ ਸ਼ੇਸ ਆਦ ਕਬ ਵੱਡ ਕਹਿ ਜਤ। ਇਸ ਪ੍ਰਕਾਰ ਸੋ ਜਿਹੜੇ ਸ਼ੇਸ਼ ਨਾਗ ਵਰਗੇ ਤੋ ਮਹਾਨ ਪਰਮੇਸ਼ਵਰ ਦਾ ਨਾਮ ਜਪਣ ਵਾਲੇ ਹਨ। ਹਨ ਮਤ ਆਦ ਦਾਸ ਦੇ ਜੇ ਲਹਿਅਤ। ਲਹੀਅਤ ਕਹਿੰਦੇ ਇਸ ਪ੍ਰਕਾਰ ਹਨੂਮੰਤ ਜੋ ਹਨੂਮਾਨ ਵਰਗੇ ਕਹਿੰਦੇ ਨੇ ਦਾਸਾ ਭਾਵ ਦਾਸਾ ਭਗਤੀ ਕਰਨ ਵਾਲੇ ਭਗਵਾਨ ਦੇ ਪ੍ਰੇਮੀ ਹਨ। ਸਭ ਕੇ ਪ੍ਰਥਮ ਨਾਮ ਸਿਮਰੂੰ। ਤੋ ਸਾਰਿਆਂ ਦੇ ਸਭ ਤੋਂ ਪਹਿਲਾਂ ਮੈਂ ਨਾਮਾਂ ਦਾ ਯਾਦ ਕਰਦਾ ਹਾਂ। ਧਰ ਪਰ ਧਰ ਸਿਰ ਨਮੋ ਉਚਰਹੂੰ। ਤੇ ਸਾ ਧਰਤੀ ਤੇ ਸੀਸ ਰੱਖ ਕੇ ਸਭ ਨੂੰ ਨਮਸਕਾਰ ਕਰਦਾ ਹਾਂ ਵੀ ਕੋਈ ਵੀ ਵਿਗੜ ਕਰਕੇ ਕੋਈ ਵਿਘਨ ਨਾ ਪਾਵੇ। ਸਭ ਵਿਦ ਹੋਏ ਸਹਾਇਕ ਮੇਰੇ। ਸਭ ਤਰੀਕਿਆਂ ਦੇ ਨਾਲ ਮੇਰੀ ਮਦਦ ਕਰਨ। ਵਿਘਨ ਬਿਨਾਸ਼ ਹੋ ਰਹਿ ਮਮ ਨੇਰੇ। ਤੋ ਮੇਰੇ ਨੇੜੇ ਰਹਿ ਕਰਕੇ ਸਭ ਆਉਣ ਵਾਲੇ ਇਸ ਕਾਰਜ ਵਿਘਨਾਂ ਨੂੰ ਦੂਰ ਕਰੋ। ਸਵਈਆ ਸ੍ਰੀ ਗੁਰ ਕੋ ਜਸ ਸਾਗਰ ਰੂਪ। ਉਹ ਖਾਲਸਾ ਤੇ ਸਤਿਗੁਰੂ ਮਹਾਰਾਜ ਦੇ ਮਿਲਵੇਂ ਮੰਗਲ ਕਰਨਗੇ ਹੁਣ ਸਤਿਗੁਰੂ ਮਹਾਰਾਜ ਦੇ ਤੇ ਖਾਲਸੇ ਦੇ। ਉਹ ਕਹਿੰਦੇ ਨੇ ਇਸ ਪ੍ਰਕਾਰ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਜਸ ਜਿਹੜਾ ਉਹ ਤੇ ਸਮੁੰਦਰ ਦਾ ਰੂਪ ਹੈ। ਉਜਾਗਰ ਹੈ ਸਭ ਲੋਕਨ ਮਾਹੂ। ਸਭ ਲੋਕਾਂ ਵਿੱਚ ਪ੍ਰਗਟ ਹੈ ਮੇਰੇ ਸਤਿਗੁਰਾਂ ਦਾ ਜਸ ਜੋ ਹੈ। ਮੈਂ ਤੁਲਹਾ ਤ੍ਰਿਣ ਜਿਉ ਕਰਕੇ। ਕਹਿੰਦੇ ਮੈਂ ਤਾਂ ਇਉਂ ਹੈ ਜਿਵੇਂ ਕੋਈ ਕੱਖਾਂ ਦਾ ਪੂਲਾ ਬਣਾ ਕਰਕੇ ਤਰਨਾ ਚਾਹੁੰਦਾ ਹਾਂ। ਨਿਜ ਬੁੱਧ ਤੇ ਪਾਰ ਪਰਿਓ ਅਬ ਚਾਹੂੰ। ਮੈਂ ਆਪਣੀ ਬੁੱਧੀ ਦੇ ਨਾਲ ਇਸ ਪ੍ਰਕਾਰ ਸੋ ਇਹ ਤੋਂ ਪਾਰ ਜਾਣਾ ਚਾਹੁੰਦਾ ਹਾਂ, ਭਾਵ ਗੁਰੂ ਸਾਹਿਬ ਦਾ ਜਸ ਲਿਖਣਾ ਚਾਹੁੰਦਾ ਹਾਂ। ਹੋਏ ਹਸੀ ਜਗ ਮੈਂ ਅਦਕਾਏ। ਭਾਵੇਂ ਲੋਕਾਂ ਦੇ ਵਿੱਚ ਮੇਰੀ ਹਾਸੀ ਮਖੌਲ ਹੀ ਹੋਵੇਗਾ। ਤਉ ਚਿਤ ਮੈਂ ਅਤ ਸਹਿ ਉਤਸਾਹੂ। ਪਰ ਕਹਿੰਦੇ ਮੇਰੇ ਚਿੱਤ ਵਿੱਚ ਫਿਰ ਵੀ ਉਤਸ਼ਾਹ ਹੈ, ਮੈਂ ਘਬਰਾਉਣ ਵਾਲਾ ਨਹੀਂ, ਜ਼ਰੂਰ ਗੁਰੂ ਸਾਹਿਬ ਦਾ ਜਸ ਲਿਖਾਂਗਾ। ਊਚ ਤਰੂ ਫਲ ਜਿਉ ਲਗ ਸੁੰਦਰ। ਜਿਵੇਂ ਕਹਿੰਦੇ ਉੱਚਾ ਦਰਖਤ ਹੋਵੇ ਸੋਹਣੇ ਫਲ ਲੱਗੇ ਹੋਣ। ਵਾ ਮਨ ਹਾਥ ਪਸਾਰਤ ਤਾਹੂ। ਤੇ ਜਿਹੜਾ ਬੌਣਾ ਬੰਦਾ ਤਾਂ ਨੂੰ ਬਾਹਾਂ ਕਰਕੇ ਕਹੇ ਮੈਂ ਫਲ ਤੋੜ ਲਵਾਂ। ਕਹਿੰਦੇ ਇਹੋ ਜਿਹੀ ਭਾਵ ਨਿਮਰਤਾ ਜਣਾਉਂਦੇ ਹਨ ਕਵੀ ਜੀ। ਚਉਪਈ ਸ੍ਰੀ ਗੁਰ ਸੋ ਜਸ ਰੁਚਰ ਮਨ ਮਾਣਕ। ਧੰਨ ਮੇਰੇ ਸਤਿਗੁਰੂ ਮਹਾਰਾਜ ਦਾ ਜਸ ਜਿਹੜਾ ਸੋਹਣਾ ਮਾਣਕ ਤੇ ਮਣੀਆਂ, ਜਿਹਨੂੰ ਲਾਲ ਕਹਿੰਦੇ, ਲਾਲ ਰੰਗ ਦਾ ਹੁੰਦਾ ਮਾਣਕ। ਤੇ ਇਸ ਪ੍ਰਕਾਰ ਤੇ ਮਣ ਮਣੀਆਂ ਜਿਹੜੀਆਂ ਸੁੰਦਰ ਹਨ ਐਸਾ ਹੈ। ਸਿੱਖੀ ਉਚਤਾ ਗਿਰਵਰ ਥਾਨਕ। ਧੰਨ ਮੇਰੇ ਸਤਿਗੁਰੂ ਮਹਾਰਾਜ ਦੀ ਗੁਰਸਿੱਖੀ ਇਸ ਤਰ੍ਹਾਂ ਹੈ ਜੋ ਮਹਾਨ ਪਹਾੜ ਤੇ ਚੜ੍ਹਨਾ ਹੋਵੇ। ਸਾਧਨ ਰੂਪ ਚਰਨ ਨਹਿ ਮੇਰੇ। ਪਰ ਮੇਰੇ ਕੋਲ ਸਾਧਨਾ ਰੂਪ ਚਰਨ ਹੀ ਮੈਂ ਗੁਰਸਿੱਖੀ ਦੇ ਸਿਰੇ ਤੇ ਪੁੱਜ ਸਕਾਂ। ਆਹੋ ਪਿੰਗ ਕਿਮ ਚੜਵ ਉਹ ਤੇਰੇ। ਤੋ ਇੰਨਾ ਉੱਚਾ ਕਿਵੇਂ ਚੜ ਜਾ, ਮੈਂ ਪਿੰਗਲਾ ਹਾਂ। ਨਿਜ ਮਤ ਕੋ ਸਿੰਗਾਰ ਬਨਾਵਨ। ਮੈਂ ਆਪਣੀ ਮਤ ਨੂੰ ਸ਼ਿੰਗਾਰ ਬਣਾਉਣ ਵਾਸਤੇ ਚਾਹਤ ਹਾਂ ਪਰੋਏ ਪਹਿਰਾਵਨ। ਚਾਹੁੰਦਾ ਹਾਂ ਐਸੇ ਗੁਰੂ ਦੇ ਜਸ ਦੇ ਮਾਨਕ ਜਿਹੜੇ ਹਨ ਉਹਨਾਂ ਨੂੰ ਸੋਹਣਾ ਇਸ ਪ੍ਰਕਾਰ ਧਾਗੇ 'ਚ ਪਰੋ ਕਰਕੇ ਇਸ ਤਰੀਕੇ ਦੇ ਨਾਲ
ਤੇ ਮੈਂ ਸ਼ਿੰਗਾਰ ਬਣਾ ਲਵਾਂ। ਪ੍ਰੇਮ ਰੂਪ ਗੁਣ ਕਰੋ ਬੰਧਾਵਨ, ਪ੍ਰੇਮ ਗੁਰੂ ਦੇ ਚਰਨਾਂ ਦਾ ਪ੍ਰੇਮ ਰੂਪ ਜੋ ਧਾਗਾ ਹੈ ਉਹਦੇ ਵਿੱਚ ਬੰਨ ਕਰਕੇ ਸੁੰਦਰ ਉਹਨਾਂ ਮਾਣਕਾਂ ਨੂੰ ਲੋਕ ਪਰਲੋਕ ਸੁਹਾਵਨ ਪਾਵਨ, ਲੋਕ ਪਰਲੋਕ ਵਿੱਚ ਸੋਭਾ ਪਾਉਣ ਵਾਲਾ ਜਸ ਮਹਾਰਾਜ ਦਾ ਬਣਾ ਦਿਆਂ। ਗੁਰ ਕਰਣਾ ਅਸਵਾਰੀ ਪਾਏ, ਗੁਰੂ ਦੀ ਕਿਰਪਾ ਰੂਪ ਮੈਂ ਅਸਵਾਰੀ ਨੂੰ ਪ੍ਰਾਪਤ ਕਰਕੇ ਉਚਤਾ ਸਿੱਖੀ ਪਰ ਚੜ ਜਾਏ, ਸਿੱਖੀ ਦੀ ਉੱਚ ਅਵਸਥਾ ਦੇ ਵਿੱਚ ਮੈਂ ਚੜ ਸਕਦਾ ਹਾਂ। ਉਹੇ ਮਨੋਰਥ ਪੂਰਨ ਮੇਰਾ, ਤੇ ਇਹ ਮੇਰਾ ਮਨੋਰਥ ਜਿਹੜਾ ਹੈ ਸੰਕਲਪ ਹੈ ਮੇਰਾ ਪੂਰਾ ਹੋ ਜਾਵੇ। ਗੁਰਪਦ ਸੇਵ ਸਾਂਝ ਸਵੇਰਾ, ਸਤਿਗੁਰਾਂ ਦੇ ਚਪਾਦ ਚਰਨਾਂ ਕਮਲਾਂ ਨੂੰ ਮੈਂ ਸਵੇਰੇ ਸ਼ਾਮ ਇਸ ਪ੍ਰਕਾਰ ਸਿਮਰਨ ਕਰਾਂ, ਸੇਵਾ ਕਰਾਂ। ਜਾਂ ਤੇ ਅਹੇ ਭਰੋਸਾ ਮੋਹੀ, ਇਸ ਵਾਸਤੇ ਕਵੀ ਜੀ ਕਹਿੰਦੇ ਮੈਨੂੰ ਪੂਰਾ ਭਰੋਸਾ ਹੈ। ਗ੍ਰੰਥ ਸੰਪੂਰਨ ਸਗਰੋ ਹੋਹੀ, ਇਹ ਗ੍ਰੰਥ ਗੁਰੂ ਪਾਤਸ਼ਾਹ ਦੇ ਜਸ ਦਾ ਗੁਰਪ੍ਰਤਾਪ ਸੂਰੀ ਗ੍ਰੰਥ ਜ਼ਰੂਰ ਪੂਰਾ ਹੋਵੇਗਾ। ਤੁਰਕਨ ਰਾਜ ਤੇਜ ਬਨ ਦਾਵਾ, ਧੰਨ ਜੋ ਤੁਰਕਾਂ ਦੇ ਰਾਜ ਦਾ ਤੇਜ ਪ੍ਰਤਾਪ ਕਹਿੰਦੇ ਇਸ ਪ੍ਰਕਾਰ ਹੈ, ਉਸ ਨੂੰ ਡੌਂ ਅਗਨੀ ਦੀ ਨਹੀਂ ਲੱਗ ਕੇ ਏਕ ਬਾਰ ਕਰ ਸ਼ਾਰ ਮਿਟਾਵਾ, ਇੱਕੋ ਵਾਰੀ ਕਲਗੀਧਰ ਪਾਤਸ਼ਾਹ ਨੇ ਕਹਿੰਦੇ ਸਵਾਹ ਕਰਕੇ ਮਿੱਟੀ 'ਚ ਮਿਲਾ ਦਿੱਤਾ, ਜੜ੍ਹਾਂ ਪੱਟਤੀਆਂ। ਸ੍ਰੀ ਨਾਨਕ ਨਰ ਤਾਰਨ ਹੇਤੂ, ਧੰਨ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਮਨੁੱਖਾਂ ਨੂੰ ਤਾਰਨ ਵਾਸਤੇ ਸਿੱਖੀ ਬੇਲ ਬੋਏ ਜਗ ਖੇਤ, ਜਗਤ ਰੂਪ ਖੇਤ ਵਿੱਚ ਸਿੱਖੀ ਦੀ ਵੇਲ ਮਹਾਰਾਜ ਸੱਚੇ ਪਾਤਸ਼ਾਹ ਨੇ ਬੀਜੀ ਹੈ। ਅਪਰ ਗੁਰੂ ਉਪਦੇਸ਼ ਜੋ ਬਾਰੀ, ਤੋ ਹੋਰ ਇਸ ਪ੍ਰਕਾਰ ਮੇਰੇ ਗੁਰੂ ਦੇ ਉਪਦੇਸ਼ ਦਾ ਜਿਹੜਾ ਜਲ ਹੈ ਦੇ ਦੇ ਭਲੀ ਭਾਂਤ ਪ੍ਰਤਪਾਰੀ, ਉਸ ਸਿੱਖੀ ਦੀ ਵੇਲ ਨੂੰ ਅਨੇਕ ਪ੍ਰਕਾਰ ਉਪਦੇਸ਼ ਦਾ ਜਲ ਪਾਪਾ ਕਰਕੇ ਵਿਸਥਾਰਿਆ ਫੈਲਾਇਆ ਹੈ ਦੁਨੀਆ ਵਿੱਚ। ਸਿਮਰਨ ਸਤਨਾਮ ਸੋ ਸਨ ਮੁਖ ਸੁਮਨ ਸੁਮਨ ਸੁਮਨਸਾ, ਤੋ ਕਹਿੰਦੇ ਨੇ ਇਸ ਪ੍ਰਕਾਰ ਦੁਬਾਰਾ ਪੜ੍ਹ ਦੋ। ਸਿਮਰਨ ਸਤਨਾਮ ਸੋ ਸੁਮਨਸਾ, ਤੋ ਕਹਿੰਦੇ ਨੇ ਜਿਹੜਾ ਸਿਮਰਨ ਕਰਨਾ ਨਾ ਮਹਾਰਾਜ, ਇਹ ਸੁਮਨ ਨਾਮ ਫੁੱਲਾਂ ਦਾ ਹੁੰਦਾ। ਸੋ ਉਹ ਕਹਿੰਦੇ ਨੇ ਇਸ ਪ੍ਰਕਾਰ ਫੁੱਲਾਂ ਦੀ ਨਿਆਈ ਹੈ ਜੋ ਸਿਮਰਨ ਕਰਨਾ ਹੈ। ਬ੍ਰਹਮ ਗਿਆਨ ਫਲ ਚਹਿ ਜਿਸ ਮਨਸਾ, ਜਿਹਦੇ ਮਨ ਦੀ ਮਨਸ਼ਾ ਹੈ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਕਰਨ ਦੀ, ਉਹ ਇਸ ਪ੍ਰਕਾਰ ਮਹਾਰਾਜ ਦੇ ਨਾਮ ਦਾ ਸਿਮਰਨ ਕਰੇ, ਸਿੱਖੀ ਰੂਪ ਵੇਲ ਦਾ ਫਲ ਪ੍ਰਾਪਤ ਕਰ ਲਏਗਾ ਬ੍ਰਹਮ ਗਿਆਨ ਨੂੰ। ਕਲਗੀ ਧਾਰ ਰਣ ਕਰ ਬਹੁ ਬਾਰ, ਬਹੁਤ ਵਾਰੀ ਜੰਗ ਕਰ ਕਰਕੇ ਕਲਗੀਆਂ ਵਾਲੇ ਸ਼ਹਿਨਸ਼ਾਹ ਪਿਤਾ ਜੀ ਨੇ ਅਨਕ ਜਤਨ ਤੇ ਸੋ ਪ੍ਰਤਹਾਰ, ਤਾਂ ਅਨੇਕ ਪ੍ਰਕਾਰ ਕਰਕੇ ਮੇਰੇ ਸਤਿਗੁਰੂ ਪਾਸ ਜੰਗ ਕਰਕੇ ਤੇ ਇਸ ਪ੍ਰਕਾਰ ਪਾਲਣਾ ਕੀਤੀ ਹੈ ਗੁਰਸਿੱਖੀ ਦੀ। ਪੰਥ ਖਾਲਸਾ ਸੁਰ ਤਰ ਬੋਵਾ, ਮੇਰੇ ਸਤਿਗੁਰੂ ਜੀ ਨੇ ਖਾਲਸਾ ਪੰਥ ਕਹਿੰਦੇ ਕਲਪ ਬ੍ਰਿਸ਼ ਦੀ ਨੇ ਆਈ ਬੀਜਿਆ ਹੈ, ਪੈਦਾ ਕੀਤਾ ਹੈ। ਸਤਿਗੁਰ ਤਪ ਦ੍ਰਿੜ ਮੂਲ ਖਰੋਵਾ, ਸਤਿਗੁਰੂ ਮਹਾਨ ਨੇ ਮਹਾਨ ਜੋ ਤਪ ਸਾਧਿਆ ਇਹ ਪੱਕਾ ਮੁੱਢ ਬੰਨਿਆ ਸਤਿਗੁਰਾਂ ਨੇ। ਸਿੱਖ ਸੰਗਤ ਛਾਇਆ ਜਿਸ ਪਾਏ, ਤੋ ਜਿਸ ਦੀ ਸਿੱਖ ਸੰਗਤਾਂ ਰੂਪ ਛਾਇਆ ਨੂੰ ਪ੍ਰਤਾਪ ਨੂੰ ਪ੍ਰਾਪਤ ਕਰਦੀਆਂ ਹਨ। ਦੋਹੇ ਲੋਕਨ ਸੁਖ ਕੋ ਉਪਜਾਏ, ਦੋਨਾਂ ਲੋਕਾਂ ਦੇ ਸੁੱਖ ਨੂੰ ਉਪਜਾਏ ਪੈਦਾ ਕਰ ਲੈਂਦੀਆਂ ਸੰਗਤਾਂ ਜੋ ਸ਼ਰਧਾ ਕਰਦੀਆਂ ਹਨ। ਕਲਪਤਾ ਸਿੱਖੀ ਗੁਣ ਭੋਵਾ, ਇਸ ਪ੍ਰਕਾਰ ਸੋ ਗੁਰਸਿੱਖੀ ਦੇ ਗੁਣ ਜਿਹੜੇ ਹਨ ਇਸ ਪ੍ਰਕਾਰ ਉਹਨਾਂ ਵਿੱਚ ਜੋ ਇਸ ਪ੍ਰਕਾਰ ਭੋਆ ਮਿਲਿਆ ਹੋਇਆ ਹੈ। ਤਿਸ ਕੋ ਆਸਰੈ ਦ੍ਰਿੜ ਇਹ ਹੋਵਾ, ਇਸ ਪ੍ਰਕਾਰ ਉਸ ਦਾ ਪੱਕਾ ਆਸਰਾ ਜਿਹੜਾ ਹੈ ਇਉਂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ। ਕਲਪ ਲਤਾ ਸਿੱਖੀ ਗੁਣ ਭੋਵਾ, ਤੋ ਕਲਪ ਲਤਾ ਸੋ ਇਸ ਪ੍ਰਕਾਰ ਇਹ ਜਿਹੜੀ ਪਵਿੱਤਰ ਗੁਰਸਿੱਖੀ ਦੀ ਸੋ ਕਲਪ ਬ੍ਰਿਸ਼ ਦੀ ਨਿਆਈ ਵੇਲ ਹੈ ਉਸ ਗੁਣਾਂ ਦੇ ਵਿੱਚ ਮਿਲਿਆ ਹੋਇਆ ਹੈ। ਇਹ ਤਿਸ ਕੋ ਆਸਰੈ ਦ੍ਰਿੜ ਇਹ ਹੋਵਾ, ਉਸ ਦਾ ਪੱਕਾ ਆਸਰਾ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇਹ ਸਭ ਹਿਨ ਕੋ ਅਬ ਬੰਧਨ ਕੈ ਕੈ, ਸਾਰਿਆਂ ਨੂੰ ਸਤਿਗੁਰਾਂ ਨੂੰ ਨਮਸਕਾਰ ਕਰਕੇ ਦਿਲੋਂ ਕਰੋ ਗ੍ਰੰਥ ਚਿੰਤਾ ਉਰ ਖਵਾ ਕੈ, ਆਪਣੇ ਮਨ ਦੀ ਚਿੰਤਾ ਨੂੰ ਦੂਰ ਕਰਕੇ ਇਹ ਗ੍ਰੰਥ ਮੈਂ ਸੰਪੂਰਨ ਕਰਾਂਗਾ। ਦੋਹਰਾ ਪੁਨਹ ਪੁਨਹ ਕਰ ਕਰ ਨਮੋ, ਬਾਰ-ਬਾਰ ਨਮਸਕਾਰ ਕਰਕੇ ਸਤਿਗੁਰਾਂ ਨੂੰ ਪਾਦ ਪੰਕਜ ਗੁਰ ਕੇਰ, ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਬਾਰ-ਬਾਰ ਕਲਗੀ ਧਾਰ ਪਰ ਹਰ ਅਰਨ, ਧੰਨ ਮੇਰੇ ਸਤਿਗੁਰੂ ਪਾਤਸ਼ਾਹ ਅਰ ਦੁਸ਼ਮਣਾਂ ਤੋਂ ਪਰ ਹਰ ਦੂਰ ਕਰਨ ਵਾਲੇ ਵਿਨਾਸ਼ ਕਰਨ ਵਾਲੇ ਜੋ ਹਨ। ਰੰਚ ਕਰੇ ਜਿਨ ਮੇਰ, ਜਿਨ੍ਹਾਂ ਨੇ ਇੱਕ ਰਾਈ ਤੋਂ ਪਹਾੜ ਬਣਾ ਦਿੱਤੇ ਗਰੀਬਾਂ ਨੂੰ ਮਹਾਰਾਜ ਨੇ ਮਹਾਨ ਸਰਦਾਰੀਆਂ ਬਖਸ਼ੀਆਂ। ਕਬਿਤ ਦੇਨ ਪ੍ਰਹਿਲਾਦ ਕੋ ਲਖਿਓ ਸੋ ਦੈਤ, ਇਸ ਪ੍ਰਕਾਰ ਸੋ ਜਿਸ ਤਰੀਕੇ ਪ੍ਰਹਲਾਦ ਨੂੰ ਸੋ ਪ੍ਰਹਲਾਦ ਆਨੰਦ ਦੇਣ ਵਾਸਤੇ ਤੋ ਦੈਂਤ ਜਾਣ ਕੇ ਹਰਨਾਕਸ਼ ਨੂੰ ਦੈਤ ਕੋ ਬਿਦਾਰ ਬੇਕੋ ਰੂਪ ਨਰ ਸਿੰਘ ਕੋ, ਤੋ ਉਸ ਦੈਂਤ ਤਾਈ
ਹਰਨਾਕਸ਼ ਦੈਂਤ ਨੂੰ ਮਾਰਨ ਵਾਸਤੇ ਜੋ ਨਰਸਿੰਘ ਰੂਪ ਹੋਏ ਉਹਨਾਂ ਨੂੰ ਨਮਸਕਾਰ ਹੈ। ਹਾਰ ਦੇ ਬਲੀਨ ਕੋ ਜੋ ਹਾਰ ਲੈ ਬਲੀਨ ਕੋ। ਤੋ ਇਸ ਪ੍ਰਕਾਰ ਜੋ ਇਸ ਪ੍ਰਕਾਰ ਸੋ ਬਾਲੀ ਸੀ, ਇਸ ਪ੍ਰਕਾਰ ਉਸ ਨੂੰ ਹਾਰ ਦੇਣ ਲਈ ਤੇ ਜੋ ਹਾਰ ਨਮਸਕਾਰ ਲੈ ਕੇ ਉਹਦੇ ਭਰਾ ਸੁਗਰੀਵ ਦੇ ਕੋਲੋਂ ਨਮਸਕਾਰ ਲੈ ਕੇ ਰਾਮ ਜੀ ਨੇ ਹਤਨ ਲੰਕ ਪਤ ਰਨ ਰਾਮ ਨਰ ਸਿੰਘ ਕੋ। ਨਰਾਂ ਵਿੱਚੋਂ ਸ਼ੇਰ ਦੀ ਨਿਆਈ ਰਾਮ ਜੀ ਨੇ ਇਸ ਪ੍ਰਕਾਰ ਲੰਕਪਤ ਰਾਵਣ ਦੇ ਤਾਈ ਬਨਾਸ਼ ਕੀਤਾ, ਉਹਨੂੰ ਵੀ ਨਮਸਕਾਰ ਹੈ। ਕੋ ਪਿਤ ਕੋ ਪਤ ਪੁਰ ਕਰੇ ਹੈ ਕੋ ਪਤ ਕੂਟ। ਇਸ ਪ੍ਰਕਾਰ ਜਿਹੜੇ ਇਸ ਪ੍ਰਕਾਰ ਕੌਰਵ ਆਦਿਕ ਸਨ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਤੇ ਕੰਸ ਵਰਗੇ ਜਿਹੜੇ ਕੁੱਟ ਕਰਕੇ ਵਿਨਾਸ਼ ਕੀਤੇ। ਹੇਰ ਹਰ ਹਾਹੇ ਰੇ ਜਿਉ ਹੇਰ ਮ੍ਰਿਗ ਸਿੰਘ ਕੋ। ਜਿਸ ਤਰ੍ਹਾਂ ਸ਼ੇਰ ਨੂੰ ਦੇਖ ਕੇ ਹਰਨ ਡਰਦੇ ਹਨ, ਭਗਵਾਨ ਕ੍ਰਿਸ਼ਨ ਦੇ ਪ੍ਰਤਾਪ ਨੂੰ ਦੇਖ ਕਰਕੇ ਇਹ ਠਹਿਰ ਗਏ, ਠਠੰਬਰ ਗਏ ਸਨ ਸਾਰੇ। ਤੈਸੇ ਤੇਜ ਤਰ ਤੇ ਤੁਰਕ ਤਰ ਤੋਰਨ ਕੋ। ਤੁਰਕਾਂ ਦੇ ਤਰ ਬ੍ਰਿਸ਼ ਨੂੰ ਤੋੜਨ ਵਾਸਤੇ ਇਹਨਾਂ ਸਾਰਿਆਂ ਤੋਂ ਵੱਡੇ ਪ੍ਰਤਾਪ ਵਾਲੇ ਹੋਏ ਨੇ ਮੇਰੇ ਗੁਰੂ ਜੀ। ਜਗ ਮੈਂ ਜਨਮ ਭਇਓ ਸ੍ਰੀ ਗੋਬਿੰਦ ਸਿੰਘ ਕੋ। ਜਗਤ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ ਹੈ। ਸਵਈਆ ਰਸ ਬੀਰ ਭਰੇ ਜਨ ਧੀਰ ਕਰੇ। ਧੰਨ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀਰ ਰਸ ਵਿੱਚ ਭਰੇ ਹੋਏ ਹਨ ਤੇ ਧੀਰਜ ਨੂੰ ਧਾਰਨ ਵਾਲੇ ਹਨ, ਆਪਣੇ ਸੇਵਕਾਂ ਨੂੰ ਧੀਰਜ ਦੇਣ ਵਾਲੇ ਹਨ। ਬਹੁ ਪੀਰ ਹਰੇ ਭਵ ਫੰਦਨ ਕੇ। ਸੰਸਾਰ ਦੇ ਜੋ ਫੰਦੇ ਹਨ ਉਹਨਾਂ ਨੇ ਬਹੁਤ ਆਪਣੇ ਪਿਆਰਿਆਂ ਦੇ ਪੀਰ ਦੁੱਖਾਂ ਨੂੰ ਮਹਾਰਾਜ ਦੂਰ ਕੀਤਾ ਹੈ। ਸੁਖ ਮੂਲ ਭਲੇ ਅਨਕੂਲ ਢਲੇ। ਤਾਂ ਮੇਰੇ ਸਤਿਗੁਰੂ ਸੁੱਖਾਂ ਦੇ ਮੁੱਢ ਹਨ, ਅਨੁਕੂਲ ਢਲ ਜਾਂਦੇ ਆਪਣੇ ਪ੍ਰੇਮੀਆਂ ਦੇ ਅਨੁਸਾਰ ਹੁੰਦੇ ਹਨ। ਰਿਪ ਸੂਲ ਮਿਲੇ ਅਗ ਕੰਦਨ ਕੇ। ਤੋ ਅੰਗ ਪਾਪਾਂ ਦੇ ਕੱਟਣ ਵਾਲੇ ਸਤਿਗੁਰੂ ਜੀ ਰਿਪ ਦੁਸ਼ਮਣ ਰੂਪ ਜਿਹੜੇ ਦੁਸ਼ਮਣ ਹਨ ਉਹਨਾਂ ਨੂੰ ਸੂਲ ਇਸ ਪ੍ਰਕਾਰ ਸੂਲ ਪਾਉਣ ਦੇ ਦੁੱਖ ਦੇਣ ਵਾਲੇ ਵਿਨਾਸ਼ ਕਰਨ ਵਾਲੇ ਗੁਰੂ ਪਾਤਸ਼ਾਹ ਜੀ ਹੋਏ ਨੇ। ਸਿੱਖ ਪਾਠ ਹਲੇ ਦੁਖ ਦੋਖ ਦਲੇ। ਇਸ ਪ੍ਰਕਾਰ ਜਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਦਾ ਪਾਠਕਾਂ ਨੂੰ ਹਿਲੇ ਗਿੱਝ ਗਏ ਹਨ ਉਹਨਾਂ ਦੇ ਦੁੱਖ ਮਹਾਰਾਜ ਦਲ ਦਿੰਦੇ ਹਨ। ਕਾਰ ਕਾਜ ਚੱਲੇ ਸੋ ਆਨੰਦਨ ਕੇ। ਉਹ ਸੋਹਣੇ ਕਾਰਜ ਮਹਾਰਾਜ ਆਨੰਦ ਦੇਣ ਵਾਲੇ ਕੀਤੇ ਹਨ। ਅਤ ਮ੍ਰਿਤ ਪਵਿੱਤਰ ਬਚਿੱਤਰ ਚਰਿਤ੍ਰ ਤੇਗ ਬਹਾਦਰ ਨੰਦਨ ਕੇ। ਤੇਗ ਬਹਾਦਰ ਨੰਦਨ ਸੁਪੁੱਤਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੇ ਮਹਾਨ ਹੀ ਬਚਿੱਤਰ ਆਸ਼ਚਰਜਤਾ ਦੇਣ ਵਾਲੇ ਚਰਿਤ ਕੌਤਕ ਹਨ, ਜਿਹੜਾ ਸਤਿਗੁਰਾਂ ਦਾ ਨਮਸਕਾਰ ਹੈ ਉਹਨਾਂ ਨੂੰ। ਸਵਈਆ ਥਿਤ ਦਾ ਚਿਤ ਕੀ ਨਿਤ ਦਾ ਬਿਤ ਕੀ। ਮਹਾਰਾਜ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਜਿਹੜੀ ਹੈ ਥਿਤ ਦਾ ਚਿੱਤ ਨੂੰ ਟਿਕਾਉਣ ਵਾਲੀ ਹੈ। ਚਿੱਤ ਦਾ ਬਿੱਤ ਤੇ ਕਹਿੰਦੇ ਧਨ ਦੌਲਤ ਨੂੰ ਦੇਣ ਵਾਲੀ ਹੈ, ਨਾਮ ਦਾ ਧਨ ਵੀ ਸੰਸਾਰ ਦਾ ਧਨ ਵੀ ਦੇਣ ਵਾਲੀ ਹੈ ਬਾਣੀ। ਹਿਤ ਦਾ ਕਿਤ ਕੀ ਸੁਨ ਹੰਤ ਜਗੇ। ਜਿਸ ਨੂੰ ਸੁਣ ਕਰਕੇ ਸੰਸਾਰ ਦੀ ਹੰਗਤਾ ਵਿਨਾਸ਼ ਹੁੰਦੀ ਹੈ ਤੇ ਸੁਖ ਮਿਲਦਾ ਹੈ। ਸਰਦਾ ਗੁਰ ਕੀ ਸੁਭਦਾ ਉਰ ਕੀ। ਹਿਰਦੇ ਦੀ ਸ਼ੁੱਧਤਾ ਦੇਣ ਵਾਲੀ ਹੈ, ਗੁਰੂ ਦੀ ਸ਼ਰਧਾ ਦੇਣ ਵਾਲੀ ਗੁਰੂ ਦੀ ਕੀ ਸੁਖ ਪੁੰਜ ਜਰੀ। ਬਹੁਤ ਸੁੱਖਾਂ ਦੇ ਵਿੱਚ ਜੜੀ ਹੋਈ ਹੈ ਮਹਾਰਾਜ ਦੀ ਬਾਣੀ ਤੇ ਮਹਾਨ ਸੁੱਖਾਂ ਦੀ ਦਾਤੀ ਹਰਤਾ ਅਨੇਕ ਪ੍ਰਕਾਰ ਦੇ ਦੁੱਖਾਂ ਦੇ ਤਾਈ ਨਾਸ਼ ਕਰਨ ਵਾਲੀ ਹੈ। ਸਭ ਸਾਰ ਮਥਾ ਕ੍ਰਿਤ ਲੀਨ ਜਥਾ। ਜਿਸ ਤਰ੍ਹਾਂ ਦੁੱਧ ਦੇ ਵਿੱਚੋਂ ਘਿਓ ਕੱਢ ਲਈਦਾ ਹੈ, ਇਸ ਤਰ੍ਹਾਂ ਕਹਿੰਦੇ ਸਾਰੀ ਮਹਾਰਾਜ ਦਾ ਜਸ ਸੁਣ ਕਰਕੇ ਉਹਦੇ ਵਿੱਚੋਂ ਸਿਧਾਂਤ ਲੈ ਕਰਕੇ ਸਾਰਾ ਇਹ ਜਸ ਮਹਾਰਾਜ ਦਾ ਲਿਖਿਆ ਹੈ। ਇਹ ਚਾਰ ਕਥਾ ਅਜਰਾਨਨ ਜਰੀ। ਇਸ ਪ੍ਰਕਾਰ ਅਜਰ ਨੂੰ ਜਰਨ ਵਾਲੀ ਸੁੰਦਰ ਮਹਾਰਾਜ ਦੀ ਕਥਾ ਜਿਹੜੀ ਹੈ ਇਸ ਪ੍ਰਕਾਰ ਕਵੀ ਜੀ ਕਹਿੰਦੇ ਉਹ ਮੈਂ ਇਸ ਪ੍ਰਕਾਰ ਜਿਹੜੀ ਹੈ ਲਿਖਤ ਕੀਤੀ ਹੈ। ਗੁਣ ਬ੍ਰਿੰਦ ਗੋਬਿੰਦ ਮਰਗਿੰਦ ਮੁਕੰਦ। ਮੁਕਤੀ ਦੇ ਦਾਤਾ ਗੋਬਿੰਦ ਮਰਗਿੰਦ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਬਹੁਤ ਸਾਰੇ ਗੁਣ ਹਨ। ਆਨੰਦਕ ਚਾਰ ਜਰਾ ਉਜਰੀ। ਜਰਾਉ ਜਰੀ ਕਹਿੰਦੇ ਸੋਹਣੇ ਜੜਾਊਆਂ ਵਿੱਚ ਜੜੀ ਹੋਈ ਮੇਰੇ ਸਤਿਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਚਰਿਤਰਾਂ ਦੇ ਵਿੱਚ ਜੜੀ ਹੋਈ ਹੈ ਕਥਾ ਸੁੰਦਰ ਮਹਾਰਾਜ ਦੀ। ਕਬਿਤ ਸ੍ਰੀ ਗੁਰੂ ਜਗਤ ਪਤ ਜਗਤ ਸਦਨ ਮਾਜ ਹਿੰਦਵਾਨ। ਤੋ ਮੇਰੇ ਸਤਿਗੁਰੂ ਪਾਤਸ਼ਾਹ ਕਮਿਤ ਦੀ ਚਾਲ ਹੈ। ਸ਼੍ਰੋਮਣੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਮਹਾਰਾਜ ਜਗਤ ਦੇ ਇਸ ਪ੍ਰਕਾਰ ਪਤੀ ਰੂਪ ਹਨ। ਇਸ ਪ੍ਰਕਾਰ ਸਾਰੇ ਜਗਤ ਨੂੰ ਇਸ ਪ੍ਰਕਾਰ ਸਦਨ ਸੰਸਾਰ ਰੂਪ ਘਰ ਦੇ ਵਿੱਚ ਹਿੰਦਵਾਨ ਇਸ ਪ੍ਰਕਾਰ ਅਜਰ ਤੋਂ ਕਹਿੰਦੇ ਨੇ। ਇਸ ਪ੍ਰਕਾਰ ਜਿਹੜੇ ਹਿੰਦੂ ਆਦਿਕ ਹਨ ਉਹਨਾਂ ਦੀ ਜਿਵੇਂ ਮਹਾਰਾਜ ਨੇ ਤੇਗ ਬਹਾਦਰ ਸਾਹਿਬ ਨੂੰ ਭੇਜ ਕਰਕੇ ਇਸ ਪ੍ਰਕਾਰ ਤੋਂ ਮਹਾਰਾਜ ਨੇ ਵਿਰਾਜਵੇ ਕੀ ਲਾਲਸਾ
ਸਭਨਾਂ ਦੇ ਇਸ ਪ੍ਰਕਾਰ ਧਰਮ ਦੀ ਰੱਖਿਆ ਕਰਨ ਹੋਈ ਮਹਾਰਾਜ ਨੇ ਇੱਛਾ ਕਰਕੇ ਉਹਨਾਂ ਦੀ ਰੱਖਿਆ ਕੀਤੀ ਹੈ। ਸੂਰਤਨ ਬੀਜ ਤੇ ਅੰਕੁਰ ਭਇਓ ਮਹਾ ਜੁਧ। ਤੋ ਮੇਰੇ ਸਤਿਗੁਰੂ ਪਾਤਸ਼ਾਹ ਬਹਾਦਰੀ ਦਾ ਅੰਕੁਰ ਜਿਹੜਾ ਫੁੱਟਿਆ, ਵੱਡੇ ਯੁੱਧ ਹੋਏ ਨੇ, ਧਰਮ ਯੁੱਧ ਹੋਏ ਹਨ। ਅੰਮ੍ਰਿਤ ਕੋ ਦੇਨ ਤੁਚਾ ਬ੍ਰਿਧਤ ਨਿਰਾਲਸਾ। ਤੋ ਇਸ ਪ੍ਰਕਾਰ ਮੇਰੇ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਜਿਹੜੀ ਬਖਸ਼ਿਸ਼ ਕੀਤੀ ਹੈ, ਇਹ ਸੋਹਣਾ ਕਹਿੰਦੇ ਜਿਹੜਾ ਇਹ ਦਰਖਤ ਹੈ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਸਿੱਖੀ ਦਾ, ਸੋ ਉਸ ਦੀ ਤੁਚਾ ਇਸ ਪ੍ਰਕਾਰ, ਸੋ ਉਸ ਦਾ ਇਸ ਪ੍ਰਕਾਰ ਤੁਚਾ ਆਦਿਕ ਜਿਹੜੀ ਹੈ ਵਰਧਿਤ ਨਿਰਾਲਸਾ ਉਦਮ ਦੇ ਸਹਿਤ ਵੱਧਦੀ ਹੈ। ਇਹ ਸਦਗੁਣ ਦਲ ਤੇ ਸਦਲ ਭਏ ਭੂਪ ਡਾਲ। ਇਸ ਪ੍ਰਕਾਰ ਸਦਗੁਣ ਸੁਭ ਗੁਣਾਂ ਦੇ ਦਲ ਪੱਤੇ ਹੋਏ ਹਨ ਤੇ ਦਲਾਂ ਦੇ ਸਮੇਤ ਰਾਜੇ ਹੋਏ ਹਨ ਮਹਾਰਾਜ ਦੇ ਪਿਆਰੇ। ਭੰਜਨ ਕੁਸਮ ਫਲ ਗਿਆਨ ਤਤ ਕਾਲਸਾ। ਤੋ ਝਟਪਟ ਹੀ ਗਿਆਨ ਦੀ ਪ੍ਰਾਪਤੀ ਕਰਾਉਂਦੇ ਨੇ ਸਤਿਗੁਰੂ ਜੀ, ਤੇ ਭਜਨ ਕਰਨ ਰੂਪ ਜਿਹੜੇ ਨੇ ਇਸ ਪ੍ਰਕਾਰ ਕੁਸਮ ਫੁੱਲ ਲੱਗੇ ਹਨ ਤੇ ਗਿਆਨ ਦੀ ਪ੍ਰਾਪਤੀ ਕਰਾਈ ਸਤਿਗੁਰਾਂ ਨੇ। ਪਰਮਤ ਕਾਲਸਾ ਦਰਿਦਰ ਖਲ ਦਾਲਸਾ। ਦਲਿੱਦਰ ਨੂੰ ਤੇ ਖਲ ਮੂਰਖਤਾਈ ਨੂੰ ਮਹਾਰਾਜ ਦਾਲਸਾ ਦਲਣ ਵਾਲੇ ਹਨ, ਤੇ ਪਰਮਤ ਭਰਾਏ ਜਿਹੜੇ ਮਤ ਧਰਮ ਦੇ ਵਿਰੋਧੀ ਹਨ ਉਹਨਾਂ ਦਾ ਵਿਨਾਸ਼ ਕਰਨ ਵਾਲੇ ਹਨ ਮੇਰੇ ਸਤਿਗੁਰੂ ਪਾਤਸ਼ਾਹ ਜੀ। ਪ੍ਰਤਾਪ ਰਿਪ ਖਾਲਸਾ ਕਲਪ ਤਰ ਖਾਲਸਾ। ਤੋ ਕਲਪ ਬ੍ਰਿਸ਼ਦ ਨੇ ਖਾਲਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਪੈਦਾ ਕੀਤਾ ਹੈ ਇਸ ਪ੍ਰਕਾਰ, ਤੇ ਜਿਹੜਾ ਇਸ ਪ੍ਰਕਾਰ ਰਿਪ ਦੁਸ਼ਮਣ ਹਨ ਖਾਲਸਾ ਉਹਨਾਂ ਦਾ ਵਿਨਾਸ਼ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ। ਖਾਲਸੇ ਦੀ ਮਹਿਮਾ ਇੱਕ ਕਲਪਤਰ ਬ੍ਰਿਖ ਦਾ ਇਸ ਪ੍ਰਕਾਰ ਅਲੰਕਾਰ ਬਣਾ ਕਰਕੇ ਮਹਿਮਾ ਕੀਤੀ ਹੈ। ਕਬਿਤ ਪਾੜੇ ਸੇ ਪਠਾਨ ਹੋਤ ਸਸੇ ਸੂਬੇ ਉਸ ਉਕਸੇ। ਤੋ ਕਹਿੰਦੇ ਨੇ ਇਸ ਪ੍ਰਕਾਰ, ਸੋ ਮੇਰੇ ਸਤਿਗੁਰੂ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਇਸ ਪ੍ਰਕਾਰ ਦਰਜ ਕਰ ਰਹੇ ਹਨ। ਕਹਿੰਦੇ ਖਾਲਸਾ ਜੋ ਗੁਰੂ ਪਾਤਸ਼ਾਹ ਜੀ ਦਾ ਹੈ ਇਸ ਪ੍ਰਕਾਰ, ਸੋ ਜਿਹੜੇ ਪਾੜੇ ਜਾਣੀ ਜੰਗਲ ਦੇ ਜਾਨਵਰਾਂ ਦਾ ਪ੍ਰਮਾਣ ਦਿੰਦੇ ਨੇ। ਤੋ ਪਾੜੇ ਸੇ ਪਠਾਨ ਮੇਰੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਪਾੜੇ ਦੇ ਪਠਾਨਾਂ ਦਾ ਹੱਥ ਨਾਸ ਕੀਤਾ ਹੈ। ਕਾ ਸਸੇ ਸੂਬੇ ਉਕਸੇ ਨਾ। ਜਿਹੜੇ ਇਸ ਪਰ ਖਰਗੋਸ਼ ਦੀਆਂ ਜੋ ਸੂਬੇ ਸਨ ਇਸ ਪ੍ਰਕਾਰ ਉਹਨਾਂ ਦੇ ਉਹ ਉਕਸ ਹੀ ਨਹੀਂ ਸਕੇ, ਉੱਠ ਹੀ ਨਹੀਂ ਸਕੇ ਹਨ। ਕਾਬਲਿਕ ਰੰਗ ਅਗ ਠਹਿਰ ਸਕੇ ਨਹੀਂ। ਤੋ ਸਤਿਗੁਰੂ ਪਾਤਸ਼ਾਹ ਕਲਗੀਆਂ ਵਾਲੇ ਦੇ ਗੁਰੂ ਖਾਲਸੇ ਦੇ ਸਾਹਮਣੇ ਕਾਬਲੀ ਕੁਰੰਗ, ਸੋ ਅਫਗਾਨੀ ਲੋਕ ਜਿਹੜੇ ਕੁਰੰਗ ਹਰਨ ਦੀ ਨਹੀਂ ਆਈ, ਖਾਲਸੇ ਦੇ ਮੂਹਰੇ ਠਹਿਰ ਨਾ ਸਕੇ। ਰੋਜ ਰਾਜਪੂਤ ਹੈ ਚੰਖਾੜ ਸੇ ਮਲੇਸ਼ ਬਹੁ। ਤੋ ਬਹੁਤੇ ਮਲੇਸ਼ ਚੰਖਾਰ 12 ਸਿੰਘੇ ਦੀ ਨਿਆਈ ਹਨ, ਤੇ ਜਿਹੜੇ ਇਸ ਪ੍ਰਕਾਰ ਰਾਜਪੂਤ ਹਨ ਇਸ ਪ੍ਰਕਾਰ ਕਹਿੰਦੇ ਨੇ ਉਹ ਰੋਜ਼ ਦੀ ਨਿਆਈ ਹਨ। ਵਿਚਰੇ ਬਹਾਰ ਜਿਉ ਬਲੋਚ ਕਯੋ ਜਕੇ ਨਹੀਂ। ਤੋ ਮਹਾਰਾਜ ਕਿਸੇ ਪ੍ਰਕਾਰ ਜਕੇ ਨਹੀਂ ਖਾਲਸਾ ਮਹਾਰਾਜ ਦਾ। ਇਸ ਪ੍ਰਕਾਰ ਜਿਹੜੇ ਇਹ ਸੋ ਮਲੇਸ਼ ਜਿਹੜੇ ਬਹੁਤੇ ਹਨ, ਇਸ ਤਰੀਕੇ ਦੇ ਨਾਲ ਬਰਾਹ ਸੂਰ ਦੀ ਨਿਆਈ ਇਸ ਪ੍ਰਕਾਰ ਬਹੁਤੇ ਮਲੇਸ਼ਾਂ ਦੇ ਵਿੱਚ ਵਿਚਰੇ ਹਨ ਇਸ ਪ੍ਰਕਾਰ ਮਹਾਰਾਜ। ਮੁਗਲ ਮਤੰਗ ਮਾਰ ਗਾਜਤ ਸੰਤੋਖ ਸਿੰਘ। ਸੰਤੋਖ ਸਿੰਘ ਦੇ ਮੁਗਲਾ ਰੂਪ ਹਾਥੀ ਨੂੰ ਮਾਰ ਕਰਕੇ ਮਹਾਰਾਜ ਦਾ ਖਾਲਸਾ ਗੱਜਦਾ ਹੈ। ਸਯਦ ਸਿਆਲ ਹੋਵੇ ਸਮੁਖ ਸੋ ਤੱਕੇ ਨਹੀਂ। ਤੋ ਕਹਿੰਦੇ ਨੇ ਜਿਹੜੇ ਸੈਯਦ ਨੇ ਗਿੱਦੜ ਬਣ ਕਰਕੇ ਸਾਹਮਣੇ ਖਾਲਸੇ ਦੇ ਅੜਦੇ ਤੱਕਦੇ ਨਹੀਂ ਹਨ, ਖਾਲਸੇ ਦੇ ਸਾਹਮਣੇ ਖੜੋ ਨਹੀਂ ਸਕੇ ਹਨ। ਤੁਰਕਨ ਤੇਜ ਤਮ ਤੋਂ ਲੱਗ ਤਰੋਈ। ਇਸ ਪ੍ਰਕਾਰ ਤੁਰਕਾਂ ਦਾ ਤੇਜ ਜਿਹੜਾ ਹੈ ਨਾ, ਇਸ ਪ੍ਰਕਾਰ ਕਹਿੰਦੇ ਤਾਮਾ ਤੋ ਲੱਗ ਤਰੋ, ਕਹਿੰਦੇ ਉਦੋਂ ਤੱਕ ਹੀ ਤੁਰਕਾਂ ਦਾ ਤੇਜ ਰੂਪ ਤਾਮਾ ਜਿਹੜਾ ਇਸ ਪ੍ਰਕਾਰ ਉਦੋਂ ਤੱਕ ਹੀ ਤਾਮੇ ਦਾ ਤਰੋ ਤਾਜ਼ਾ ਹੈ। ਖਾਲਸਾ ਸਰੂਪ ਸਿੰਘ ਜੋ ਲੱਗ ਸਕੇ ਨਹੀਂ। ਜਦੋਂ ਤੱਕ ਖਾਲਸਾ ਸਰੂਪ ਜਿਹੜਾ ਸ਼ੇਰ ਬਣ ਕੇ ਇਹਨੂੰ ਛਾਗ ਨਹੀਂ ਲੈਂਦਾ ਉਹਨਾਂ ਚਿਰ ਹੀ ਕਹਿੰਦੇ ਤਰੋ ਤਾਜ਼ਾ ਵਿਨਾਸ਼ ਕਰਤਾ ਖਾਲਸੇ ਨੇ ਇਹਨਾਂ ਨੂੰ। ਦੋਹਰਾ ਸਰਬ ਸ਼੍ਰੋਮਣ ਖਾਲਸਾ। ਸਭ ਤੋਂ ਸ਼੍ਰੋਮਣੀ ਗੁਰੂ ਦਾ ਖਾਲਸਾ ਹੈ। ਰਚਿਓ ਪੰਥ ਸੁਖਦਾਈ। ਬਹੁਤ ਸੁਖ ਦੇਣ ਵਾਲਾ ਖਾਲਸਾ ਪੰਥ ਰਚਿਆ ਸਤਿਗੁਰਾਂ ਨੇ। ਇੱਕ ਬਿਨ ਗੰਦੇ ਧੂਮ ਤੇ ਇਸ ਪ੍ਰਕਾਰ ਬਿਨਾ ਇਸ ਪ੍ਰਕਾਰ ਧੂਮ ਤੋਂ ਜਗ ਮੈਂ ਅਦਕ ਸੁਹਾਏ। ਬਹੁਤ ਹੀ ਭਾਰੀ ਇਸ ਪ੍ਰਕਾਰ ਸੋਭਨੀਕ ਹੋ ਰਿਹਾ ਸੰਸਾਰ ਦੇ ਵਿੱਚ ਗੁਰੂ ਦਾ ਖਾਲਸਾ ਜਿਹੜਾ ਹੈ। ਸੋਰਠਾ ਸ੍ਰੀ ਸਤਿਗੁਰ ਕੋ ਰੂਪ ਜਗ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸੁੰਦਰ ਰੂਪ ਜਿਹੜਾ ਜਗਮਗ ਕਰਦਾ ਹੈ। ਜੋਤ ਜਾਹਰ ਜਗਤ ਸੰਸਾਰ ਦੇ ਵਿੱਚ ਜਾਹਰੀ ਜੋਤ ਪ੍ਰਗਟ ਹੈ ਮਹਾਰਾਜ ਦੀ। ਪੁੰਜ ਸੋ ਪੰਥ ਅਨੂਪ ਕਰ। ਬੜਾ ਭਾਰੀ ਪੰਥ ਮਹਾਰਾਜ ਨੇ ਉਪਾਂ ਤੋਂ ਰਹਿਤ ਪੈਦਾ ਕੀਤਾ ਹੈ। ਬੰਧਨ ਰਚਬੇ ਲਗਤ। ਇਸ ਪ੍ਰਕਾਰ ਸੋ ਬੰਧਨ, ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਮੈਂ
ਇਹ ਗ੍ਰੰਥ ਰਚਣ ਲੱਗਾ, ਨਮਸਕਾਰ ਕਰਦਾ ਐਸੇ ਸਤਿਗੁਰਾਂ ਨੂੰ। ਇਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥੇ। ਇੱਥੇ ਸੂਰਜ ਗ੍ਰੰਥ ਜਿਹੜਾ ਇਸ ਪ੍ਰਕਾਰ ਗੁਰੂ ਪ੍ਰਤਾਪ ਸੂਰਜ ਗ੍ਰੰਥ ਹੈ, ਇੱਥੇ ਪ੍ਰਥਮ ਰਾਸੇ ਮੰਗਲਾ ਚਰਨ ਵਰਣੰ। ਪਹਿਲਾ ਜਿਹੜਾ ਧਿਆਨ ਹੈ ਇਸ ਪ੍ਰਕਾਰ ਮੰਗਲਾਚਰਨ ਦਾ ਇੱਥੇ ਪੂਰਾ ਕੀਤਾ ਹੈ। ਨਾਮ ਪ੍ਰਥਮ ਅੰਸ਼ੂ, ਪਹਿਲਾ ਅੰਸ਼ੂ ਇਸ ਦਾ ਨਾਮ ਹੈ ਅੰਸੂ ਦੋਹਰਾ। ਸ੍ਰੀ ਗੁਰੂ ਨਾਨਕ ਸੋ ਮਿਲਿਓ ਬਾਲਕ ਰੂਪ ਸੁਜਾਨ। ਹੁਣ ਕਵੀ ਜੀ ਦੂਸਰਾ ਅੰਸ਼ੂ ਸ਼ੁਰੂ ਕਰਦੇ ਨੇ। ਹੁਣ ਕੋਈ ਕਥਾ ਜਿਹੜੀ ਆ ਕਿਸ ਤਰੀਕੇ ਨਾਲ ਆਰੰਭ ਹੋਈ ਹੈ, ਤੇ ਇਸ ਪ੍ਰਕਾਰ ਤੋਂ ਕਹਿੰਦੇ ਨੇ ਵੀ ਧੰਨ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮਿਲਿਓ ਹੈ। ਇਸ ਪ੍ਰਕਾਰ ਜੋ ਮਿਲੇ ਹਨ ਸੋ ਬਾਲਕ ਸਰੂਪ ਵਿੱਚ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਪਾਏ ਤਤਕਾਲ ਹੀ। ਗੁਰੂ ਸਾਹਿਬ ਦੀ ਕਿਰਪਾ ਨੂੰ ਪ੍ਰਾਪਤ ਕਰ ਝਟਪਟ ਹੀ ਪ੍ਰਾਪਤ ਭਾ ਬ੍ਰਹਮ ਗਿਆਨ। ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ ਸੀ ਬਾਬਾ ਬੁੱਢਾ ਸਾਹਿਬ ਜੀ ਨੂੰ। ਚਉਪਈ ਜਿਸ ਕੀ ਬਾਤੇ ਸੁਨ ਬੁੱਧਵਾਰੀ। ਜਿਹਨਾਂ ਦੀਆਂ ਅਕਲ ਵਾਲੀਆਂ ਗੱਲਾਂ ਸੁਣੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਸ੍ਰੀ ਜਗ ਗੁਰ ਇਮ ਗਿਰਾ ਉਚਾਰੀ। ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਨੇ ਇਉਂ ਬਾਣੀ ਉਚਾਰੀ ਬਚਨ ਕੀਤਾ ਸੀ। ਬਾਲਕ ਤੇਰੀ ਬੈਸ ਦਿਸਾ ਤੁਹਾਡੀ ਉਮਰ ਜਿਹੜੀ ਆ ਬੱਚਿਆਂ ਵਾਲੀ ਦਿਸਦੀ ਐ। ਬੁੱਢੇ ਸਮ ਮੁਖ ਵਾਕ ਅਲਾਵਤ। ਇਹ ਮੁਖ ਤੋਂ ਬੁੱਢਿਆਂ ਵਾਲੀਆਂ ਗੱਲਾਂ ਕਰਦੇ ਹੋ ਤੁਸੀਂ। ਇਤਨੇ ਮਹਿ ਤਿਸ ਕੇ ਪਿਤ ਮਾਤਾ। ਇੰਨੇ ਨੂੰ ਉਹਨਾਂ ਦੇ ਮਾਤਾ ਪਿਤਾ ਜੀ ਜਿਹੜੇ ਸਨ ਆਏ ਗਏ ਖੋਜਤ ਨਿਜ ਤਾਤਾ। ਪੁੱਤਰ ਦੀ ਖੋਜ ਕਰਦੇ ਕਰਦੇ ਗੁਰੂ ਸਾਹਿਬ ਦੇ ਕੋਲ ਆ ਗਏ ਸਨ। ਕਹਿਤ ਭਏ ਹਮਰੋ ਸੁਤਿਆਵਾ। ਕਹਿਣ ਲੱਗੇ ਜੀ ਸਾਡਾ ਪੁੱਤਰ ਤੁਹਾਡੇ ਕੋਲ ਆਇਆ ਸੀ। ਤਿਸ ਦੇਖਣ ਕੋ ਮਨ ਲਲਚਾਵਾ। ਉਸ ਦਾ ਦਰਸ਼ਨ ਕਰਨ ਵਾਸਤੇ ਸਾਡੇ ਮਨ ਦੀ ਲਾਲਸਾ ਹੋਈ ਹੈ। ਸਿੱਖਨ ਕਹਿਓ ਸੋ ਅੰਤਰ ਬੈਸਾ। ਸਿੱਖਾਂ ਨੇ ਕਿਹਾ ਜੀ ਵੀ ਅੰਦਰ ਬੈਠਾ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ। ਜਾਏ ਨਿਹਾਰਿਓ ਅਤ ਬ੍ਰਿਧ ਜੈਸਾ। ਜਾ ਕਰਕੇ ਜਦੋਂ ਦਰਸ਼ਨ ਕੀਤਾ ਤੇ ਜਿਵੇਂ ਮਹਾਨ ਬਜ਼ੁਰਗ ਹੁੰਦਾ ਹੈ, ਇਸ ਤਰੀਕੇ ਨਾਲ ਬੁੱਢਾ ਬਣਾਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ। ਬਿਸਮ ਰਹਿਓ ਕਸ ਕਹਿਓ ਨ ਜਾਈ। ਤੇ ਹੈਰਾਨ ਹੋ ਗਏ ਮਾਤਾ ਪਿਤਾ, ਕੁਛ ਕਹਿ ਨਹੀਂ ਸਕੇ ਹਨ। ਚਹਿਤ ਲਿਜਾਇਓ ਸੰਗ ਨ ਜਾਈ। ਉਹ ਲਿਜਾਣਾ ਚਾਹੁੰਦੇ ਹਨ ਕਿ ਲੈ ਚਲੀਏ ਆਪਣਾ ਪੁੱਤਰ ਹੈ, ਨਾਲ ਨਹੀਂ ਗਏ ਬਾਬਾ ਜੀ। ਪੁਨ ਦੰਪਤ ਨੇ ਏਵ ਵਿਚਾਰਾ। ਫਿਰ ਇਹਨਾਂ ਦੇ ਮਾਤਾ ਪਿਤਾ ਜੀ ਦੋਨਾਂ ਨੇ ਇਉਂ ਵਿਚਾਰ ਕੀਤਾ ਮਨ ਵਿੱਚ। ਜਰਾ ਗਰਸਿਓ ਤਨ ਜਿਹ ਸੋ ਕੁਮਾਰਾ। ਜਿਹੜਾ ਸਾਡਾ ਤੇ ਬਾਲਕ ਸੀ, ਇਹਦਾ ਚਿੱਟਾ ਦਾੜਾ ਮੂੰਹ ਤੇ ਬੁੱਢਾ ਹੋ ਗਿਆ ਹੈ। ਅਬ ਕਿਆ ਕਾਰਜ ਆਏ ਹਮਾਰੇ। ਇਹ ਸਾਡੇ ਕਿਸ ਕੰਮ ਆਉਣਾ ਹੈਗਾ। ਬੁੱਢਿਆਂ ਨੂੰ ਆਮ ਹੀ ਸਮਝਦਾ ਕਿਹੜੇ ਕੰਮ ਨੇ ਹੁਣ, ਬਸ ਇਹ ਤਾਂ ਸਾਡਾ ਕੁਝ ਨਹੀਂ ਸਾਰਨਾ। ਕਹਿੰਦੇ ਹੁਣ ਬੁੱਢੇ ਤੋਂ ਕੀ ਲੈਣਾ ਅਸੀਂ। ਸਰਬਰੀਤ ਤੇ ਸਥਿਲਿਓ ਭਾਰੇ। ਕਹਿੰਦੇ ਸਾਰੇ ਸਰੀਰ ਕਰਕੇ ਸੋ ਚਿੱਟਾ ਦਾੜਾ ਆ ਗਿਆ, ਸਿਰ ਦੇ ਕੇਸ ਚਿੱਟੇ ਹੋ ਗਏ ਨੇ, ਸਰੀਰ ਸਾਰਾ ਸਿਥਲ ਹੋਇਆ ਹੈ। ਇਸ ਬਜ਼ੁਰਗ ਨੇ ਕਹਿੰਦੇ ਸਾਨੂੰ ਕੀ ਸਵਾਰ, ਕੀ ਸਾਡਾ ਕੰਮ ਕਰੂਗਾ। ਕਹਿ ਬਹੁ ਰਹੇ ਨ ਚਾਲੇ ਸੰਗ। ਫਿਰ ਵੀ ਸੋ ਮਾਤਾ ਪਿਤਾ ਨੇ ਕਿਹਾ ਤੇ ਪਰ ਨਾਲ ਗਏ ਨਹੀਂ ਹਨ। ਰਹਿਨ ਦੇਹੋ ਇਹ ਭਾ ਬ੍ਰਿਧ ਅੰਗ। ਤੇ ਫਿਰ ਮਨ ਚ ਵਿਚਾਰ ਕੀਤਾ ਵੀ ਅੰਗਾਂ ਦੇ ਵਿੱਚ ਬੁੱਢਾ ਹੋ ਗਿਆ, ਇਹਨੂੰ ਗੁਰੂ ਕੋਲ ਹੀ ਰਹਿਣ ਦਿਓ ਹੁਣ। ਐਸੇ ਕਹਿ ਕਰ ਗਮਨੇ ਧਾਮ। ਇਉਂ ਕਹਿ ਕਰਕੇ ਕਹਿੰਦੇ ਆਪਣੇ ਘਰ ਨੂੰ ਚਲ ਗਏ ਮਾਤਾ ਪਿਤਾ ਜੀ। ਤਬ ਕਹਿ ਬੁੱਢਾ ਪ੍ਰਗਟਿਓ ਨਾਮ। ਤਦੋਂ ਤੋਂ ਉਹਨਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਜੀ ਪੈ ਗਿਆ ਬਚਪਨ ਦੇ ਵਿੱਚ। ਗੁਰ ਘਰ ਮਹਿ ਅਜਮਤ ਜੁਤ ਭਾਰਾ। ਭਾਈ ਗੁਰੂ ਨਾਨਕ ਦੇ ਘਰ ਵਿੱਚ ਮਹਾਨ ਕਰਾਮਾਤਾਂ ਸ਼ਕਤੀਆਂ ਦੇ ਸਮੇਤ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਬੋਹਿਥ ਸਮ ਜਗ ਤਾਰਨ ਹਾਰਾ। ਜਹਾਜ਼ ਦੀ ਨਿਆਈ ਸੰਸਾਰ ਨੂੰ ਤਾਰਨ ਨੂੰ ਸਮਰੱਥ ਬਾਬਾ ਬੁੱਢਾ ਸਾਹਿਬ ਜੀ ਪਰਮ ਸਿੱਖ ਹੋਏ ਗੁਰੂ ਦੇ। ਅਜਰ ਜਰਨ ਮਹਿ ਧੀਰ ਮਹਾਨਾ। ਕਹਿੰਦੇ ਅਜਰ ਨੂੰ ਜਰਨ ਵਾਸਤੇ ਵੱਡੇ ਧੀਰਜ ਧਾਰੀ ਬਾਬਾ ਬੁੱਢਾ ਸਾਹਿਬ ਮਹਾਨ ਸ਼ਕਤੀਆਂ ਨੂੰ ਲੈ ਕਰਕੇ ਫਿਰ ਵੀ ਕਿਤੇ ਕਿਤੇ ਬਿਨਾਂ ਕਾਰਨ ਤੋਂ ਕਿਤੇ ਵੀ ਕਦੇ ਕੋਈ ਹਉਮੈ ਨਹੀਂ ਕੀਤੀ, ਕਿਤੇ ਇਉਂ ਨਹੀਂ ਪ੍ਰਗਟ ਕੀਤਾ ਵੀ ਸਾਡੇ ਵਿੱਚ ਆ ਕੁਛ ਹੈ। ਅਪਰ ਨ ਜਾ ਕੇ ਭਇਓ ਸਮਾਨਾ। ਉਹਨਾਂ ਵਰਗਾ ਕਹਿੰਦੇ ਦੂਸਰਾ ਕੋਈ ਨਹੀਂ ਹੋਇਆ ਗੁਰੂ ਦਾ ਸਿੱਖ। ਸਭ ਤੋਂ ਮਹਾਨ ਸਿੱਖ ਬਾਬਾ ਬੁੱਢਾ ਸਾਹਿਬ ਜੀ ਹੋਏ ਨੇ। ਸ੍ਰੀ ਨਾਨਕ ਤੇ ਰਹਿਓ ਪਿਛਾਰੀ। ਧੰਨ ਸਾਹਿਬ ਗੁਰੂ ਨਾਨਕ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦਾ ਸਰੀਰ ਰਿਹਾ ਹੈ। ਸ੍ਰੀ ਅੰਗਦ ਕੇ ਚਰਨ ਮਝਾਰੀ। ਧੰਨ ਸਾਹਿਬ ਗੁਰੂ ਅੰਗਦ ਦੇਵ ਸਾਹਿਬ ਦੇ ਚਰਨਾਂ ਵਿੱਚ ਬਾਬਾ ਬੁੱਢਾ ਸਾਹਿਬ ਜੀ ਰਹੇ ਹਨ। ਪੁਨ ਸ੍ਰੀ ਅਮਰਦਾਸ ਕੀ ਸੇਵਾ। ਧੰਨ ਸਾਹਿਬ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਕਮਾਈ ਬਾਬਾ ਬੁੱਢਾ ਜੀ ਨੇ। ਸੰਗੀ ਰਾਮਦਾਸ ਗੁਰਦੇਵਾ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਸੰਗੀ ਰਹੇ ਬਾਬਾ ਜੀ। ਪੁਨ ਸ੍ਰੀ ਅਰਜਨ ਕੇ ਢਿਗ ਰਹਿਓ। ਧੰਨ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਵੀ ਬਾਬਾ ਜੀ ਰਹੇ। ਇੰਨਾ ਲੰਮਾ ਜੀਵਨ ਹੋਇਆ ਬਾਬਾ ਜੀ ਦਾ। ਭਾਈ ਪਦ ਕੋ ਤਬ ਤੇ ਲਹਿਓ। ਉਦੋਂ ਫਿਰ ਭਾਈ ਬੁੱਢਾ ਸਾਹਿਬ ਜੀ ਇਹਨਾਂ ਦਾ ਨਾਮ ਜਿਹੜਾ ਪ੍ਰਚਲਿਤ ਹੋਇਆ ਹੈ। ਮਾਂ ਪਿਓ ਕਹਿੰਦੇ ਸੀ ਬੁੱਢੜੇ ਕੋਲੋਂ ਕੀ ਲੈਣਾ, ਪਰ ਮੇਰੇ ਧੰਨ ਗੁਰੂ ਸਾਹਿਬ ਨੇ ਐਸੀ ਬਖਸ਼ਿਸ਼ ਕੀਤੀ ਹੈ
ਛੇਵੇਂ ਸਰੂਪ ਤੱਕ ਸਰੀਰ ਰਿਹਾ ਬਾਬਾ ਜੀ ਦਾ। ਜਿਨ ਕੋ ਬਚਨ ਅਟਲ ਜਗ ਭਇਓ। ਸੰਸਾਰ ਦੇ ਵਿੱਚ ਜੋ ਬਾਬਾ ਜੀ ਦੇ ਮੁਖ ਤੋਂ ਨਿਕਲ ਗਿਆ ਉਹ ਅਟਲ ਸੀ, ਸਾਧ ਬਚਨ ਅਟਲਾਦਾ। ਐਸੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਹੋਏ ਨੇ। ਸ੍ਰੀ ਗੁਰ ਹਰਗੋਬਿੰਦ ਜਨਮਿਓ। ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਜੋ ਹੋਇਆ ਹੈ। ਪਾਤਸ਼ਾਹੇ ਖਸਟਨ ਲਓ ਦੇਹੇ। ਤੋ ਛੇਵੇਂ ਪਾਤਸ਼ਾਹ ਮਹਾਰਾਜ ਤੱਕ ਸਰੀਰ ਰਿਹਾ ਬਾਬਾ ਜੀ ਦਾ। ਜੀਵਤ ਰਹਿਓ ਗਿਆਨ ਕਹੋ ਗੇਹੋ। ਗਿਆਨ ਦੇ ਘਰ ਸਨ ਬਾਬਾ ਬੁੱਢਾ ਸਾਹਿਬ, ਜਿਉਂਦੇ ਰਹੇ ਹਨ ਛੇਵੇਂ ਪਾਤਸ਼ਾਹ ਦੀ ਹਜ਼ੂਰੀ ਤੱਕ। ਅਨਕ ਨਰਨ ਕੋ ਕੀਨ ਉਧਾਰਾ। ਅਨੇਕ ਲੋਕਾਂ ਦਾ ਗੁਰਸਿੱਖਾਂ ਦਾ ਉਧਾਰ ਕੀਤਾ ਬਾਬਾ ਬੁੱਢਾ ਸਾਹਿਬ ਜੀ ਨੇ। ਸਤ ਨਾਮ ਉਪਦੇਸ਼ ਉਦਾਰਾ। ਸ੍ਰੇਸ਼ਟ ਸੱਚੇ ਨਾਮ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਜੀ। ਸ੍ਰੀ ਗੁਰੂ ਨਾਨਕ ਸਭ ਤੇ ਆਦੀ। ਧੰਨ ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਆਦਿ ਸਤਿਗੁਰੂ ਨਾਨਕ ਸਾਹਿਬ ਜੀ। ਪਾਛੇ ਜੋ ਟਿਕੇ ਗੁਰ ਗਾਦੀ। ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿੰਨੇ ਵੀ ਗੁਰਿਆਈ ਗੱਦੀ ਤੇ ਟਿਕੇ ਹਨ ਗੁਰੂ ਸਰੂਪ। ਸਭਨ ਕਹੋ ਬੁੱਢਾ ਨਿਜ ਹਾਥ। ਬਾਬਾ ਬੁੱਢਾ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਉਹਨਾਂ ਨੂੰ ਦੇਤੋ ਰਹਿਓ ਤਿਲਕ ਸੁਭ ਮਾਥ। ਮੱਥੇ ਤੇ ਸ਼ੁਭ ਗੁਰਤਾ ਗੱਦੀਆਂ ਤਿਲਕ ਬਾਬਾ ਜੀ ਦੇਂਦੇ ਰਹੇ ਹਨ। ਇਹ ਮਾਣ ਬਾਬਾ ਬੁੱਢਾ ਸਾਹਿਬ ਨੂੰ ਹੀ ਪ੍ਰਾਪਤ ਸੀ। ਪਿਛੇ ਸੰਤਤ ਤਿਸ ਹੀ ਰੀਤ। ਫਿਰ ਇਹਨਾਂ ਦੀ ਅੰਸ਼ ਜਿਹੜੀ ਸੀ ਬਾਅਦ ਵਿੱਚ ਇਸੇ ਤਰ੍ਹਾਂ ਗੁਰੂ ਦੀ ਸੇਵਾ ਵਿੱਚ ਰਹੀ ਬਾਬਾ ਜੀ ਦੀ ਤਰ੍ਹਾਂ। ਸਤਿਗੁਰ ਸਾਥ ਰਹਿਤ ਭੇ ਨੀਤ। ਨਿਤ ਪ੍ਰਤੀ ਗੁਰੂ ਸਾਹਿਬਾਂ ਦੇ ਨਾਲ ਰਹਿੰਦੇ ਰਹੇ ਹਨ। ਤੀਨ ਕਾਲ ਕੇ ਗਿਆਤਾਵਾਨ। ਤੇ ਇਹ ਬਾਬਾ ਜੀ ਦੇ ਅੰਸ਼ ਤਿੰਨੇ ਕਾਲਾਂ ਦੇ ਗਿਆਤਾ ਸਨ, ਬ੍ਰਹਮ ਗਿਆਨੀ ਸਨ। ਪ੍ਰਗਟ ਹੋਤ ਪੇ ਸਗਲ ਜਹਾਨ। ਸਾਰੇ ਜਹਾਨ ਵਿੱਚ ਪ੍ਰਗਟ ਹੋਏ ਵੀ ਬ੍ਰਹਮ ਗਿਆਨੀ ਹਨ। ਸਤਿਗੁਰ ਕੋ ਸ੍ਰੀ ਮਤ ਬਾਰ ਸਾਗਰ। ਤੋ ਮੇਰੇ ਸਤਿਗੁਰੂ ਜੀ ਦੀ ਮਤ ਜੋ ਹੈ ਇਸ ਪ੍ਰਕਾਰ ਸਿੱਖਿਆ ਹੈ, ਸ੍ਰੇਸ਼ਟ ਸਮੁੰਦਰ ਵਰਗੀ ਹੈ। ਇਨ ਕੁਲ ਉਪਜਿਓ ਰਤਨ ਉਜਾਗਰ। ਇਹ ਬਾਬਾ ਜੀ ਦੇ ਕੋਲ ਵਿੱਚ ਸਮਝ ਲਓ ਪ੍ਰਗਟ ਰਤਨ ਹੀ ਪ੍ਰਗਟ ਹੋਏ, ਜਿਵੇਂ ਸਮੁੰਦਰ ਚੋਂ ਰਤਨ ਪ੍ਰਗਟ ਹੁੰਦਾ ਹੈ। ਦਰਸ ਪਰਸ ਪਾਰਸ ਸਮ ਪਾਇਤ। ਇਸ ਪ੍ਰਕਾਰ ਇਹਨਾਂ ਦਾ ਦਰਸ਼ਨ ਇਉਂ ਸੀ ਜਿਵੇਂ ਪਾਰਸ ਨੂੰ ਪ੍ਰਾਪਤ ਕਰਕੇ ਲੋਹਾ ਸੋਨਾ ਬਣਾ ਜਾਂਦਾ ਛੋਹ ਕੇ। ਮੂੜ ਲੋਹ ਬੁੱਧ ਹੇਮ ਬਿਆਨਤ। ਤੇ ਜਿਹੜੇ ਮੂੜ ਲੋਕ ਮੂਰਖ ਲੋਕ ਸਨ, ਸੋ ਸਧਾਰਨ ਲੋਕ ਸਨ, ਇਹਨਾਂ ਦੇ ਨਾਲ ਮਿਲ ਕਰਕੇ ਕਹਿੰਦੇ ਨੇ ਸੋਨੇ ਦੇ ਵਰਗੇ ਸੁੱਧ ਮਨ ਵਾਲੇ ਹੋ ਗਏ। ਜਿਨ ਕੋ ਅਦਬ ਰਾਖ ਗੁਰ ਆਪੂ। ਜਿਨ੍ਹਾਂ ਦਾ ਅਦਬ ਸੋ ਗੁਰੂ ਮਹਾਰਾਜ ਬਾਬਾ ਬੁੱਢਾ ਸਾਹਿਬ ਦੀ ਵੰਸ਼ ਦਾ ਮਹਾਰਾਜ ਆਪ ਸਤਿਕਾਰ ਰੱਖਦੇ ਰਹੇ ਹਨ। ਤਿਨ ਕਹੋ ਸਮਤਾ ਕਿਸ ਕੀ ਜਾਪੂ। ਤੋ ਕਹਿੰਦੇ ਦੱਸੋ ਐਸੇ ਬਾਬਾ ਬੁੱਢਾ ਸਾਹਿਬ ਤੇ ਉਹਨਾਂ ਦੀ ਵੰਸ਼ ਦੀ ਬਰਾਬਰੀ ਕੌਣ ਕਰ ਸਕਦਾ ਹੈ। ਗਿਆਨ ਆਨੰਦ ਸਾਗਰ ਕੇ ਮੀਨ। ਤੋ ਇਸ ਪ੍ਰਕਾਰ ਗਿਆਨ ਰੂਪ ਸਮੁੰਦਰ ਦੇ ਮੱਛ ਰੂਪ ਹੋਏ ਨੇ ਬਾਬਾ ਬੁੱਢਾ ਸਾਹਿਬ ਦੀ ਵੰਸ਼। ਆਠੋ ਜਾਮ ਰਹਿਤ ਸਮਲੀਨ। ਅੱਠੇ ਪਹਿਰ ਹੀ ਸੋ ਜਿਵੇਂ ਸਮੁੰਦਰ ਚ ਮੱਛ ਲੀਨ ਨਾ ਐਵੇਂ ਹੀ ਲੀਨ ਰਹੇ ਗੁਰੂ ਸਿੱਖੀ ਵਿੱਚ, ਗੁਰੂ ਚਰਨਾਂ ਵਿੱਚ। ਗੁਰ ਘਰ ਕੀ ਨਿਤ ਸੇਵਾ ਠਾਨਤ। ਨਿਤ ਪ੍ਰਤੀ ਗੁਰੂ ਘਰ ਦੀ ਸੇਵਾ ਕਰਦੇ ਰਹੇ ਹਨ। ਅਪਰ ਮਨੋਰਥ ਮਨ ਮਹਿ ਆਨਤ। ਹੋਰ ਇਸ ਪ੍ਰਕਾਰ ਮਨੋਰਥ ਕੋਈ ਮਨ ਵਿੱਚ ਲਿਆਂਦਾ ਨਹੀਂ ਗੁਰੂ ਦੀ ਸੇਵਾ ਤੋਂ ਬਿਨਾ। ਤ੍ਰਿਣ ਸ਼ਿਤ ਕੀ ਬਹੁ ਰਹਿ ਰਖਵਾਰੀ। ਇਸ ਪ੍ਰਕਾਰ ਸੋ ਬਾਬਾ ਬੁੱਢਾ ਸਾਹਿਬ ਜੀ ਸੋ ਤ੍ਰਿਣ ਧਰਤੀ ਦੀ ਤੇ ਫਸਲ ਦੀ ਰਾਖੀ ਕਰਿਆ ਕਰਦੇ ਸਨ। ਹਰਖਤ ਗੁਰੂ ਹੁਕਮ ਅਨਸਾਰੀ। ਤੇ ਖੁਸ਼ ਹੁੰਦੇ ਜੋ ਗੁਰੂ ਦਾ ਹੁਕਮ ਉਹਦੇ ਵਿੱਚ ਹੀ ਖੁਸ਼ ਹੁੰਦੇ ਸੀ। ਤੋ ਇਸ ਤਰੀਕੇ ਦੇ ਨਾਲ ਆਗਿਆਕਾਰੀ ਰਹੇ ਹਨ। ਅਸ ਭਾਈ ਬੁੱਢਾ ਗੁਰਦਾਸ। ਗੁਰੂ ਦਾ ਦਾਸ ਸੇਵਕ ਇਹੋ ਜਿਹਾ ਬਾਬਾ ਬੁੱਢਾ ਸਾਹਿਬ ਸੀ। ਤੋ ਕਹਿੰਦੇ ਇਸ ਪ੍ਰਕਾਰ ਹੋਏ ਹਨ ਬ੍ਰਹਮ ਗਿਆਨੀ। ਮਹਿਮਾ ਕਹਿ ਨਾ ਸਕੇ ਕਾਵਤਾਸ। ਕਵੀ ਕਹਿੰਦਾ ਹੈ ਕਿ ਮੈਂ ਬਾਬਾ ਬੁੱਢਾ ਸਾਹਿਬ ਦੀ ਮਹਿਮਾ ਕਹਿ ਹੀ ਨਹੀਂ, ਦੱਸ ਹੀ ਨਹੀਂ ਸਕਦਾ। ਮਹਾਨ ਮਹਿਮਾ ਦੇ ਮਾਲਕ ਸਨ। ਸਤ ਬਾਕ ਬਰ ਸਰਾਪ ਜੋ ਦੀਨਸ। ਜੋ ਵੀ ਬਾਬਾ ਜੀ ਨੇ ਬਚਨ ਦੇ ਦਿੱਤਾ, ਭਾਵੇਂ ਵਾਰ ਤੇ ਭਾਵੇਂ ਸ਼ਰਾਪ, ਪੂਰਾ ਹੀ ਹੋਇਆ। ਬਾਬਾ ਜੀ ਦਾ ਬਚਨ ਕਦੇ ਖਾਲੀ ਨਹੀਂ ਸੀ ਜਾਂਦਾ। ਅੰਗੀਕਾਰ ਸਤਿਗੁਰੂ ਕੀਨਸ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਸਾਹਿਬ ਦਾ ਕਦੇ ਬਚਨ ਨਹੀਂ ਮੋੜਿਆ। ਜੋ ਬਚਨ ਕਰਤਾ ਬਾਬਾ ਜੀ ਨੇ, ਗੁਰੂ ਸਾਹਿਬ ਨੇ ਅੰਗੀਕਾਰ ਕੀਤਾ ਹੈ। ਇਹ ਸਭ ਕਥਾ ਅਗਾਰੀ ਵਰਨੋ। ਕਹਿੰਦੇ ਇਹ ਬਾਕੀ ਕਥਾ ਜਿਹੜੇ ਇਹ ਤੇ ਅੱਗੇ ਫਿਰ ਅਸੀਂ ਵਰਣਨ ਕਰਾਂਗੇ। ਕਵੀ ਜੀ ਕਹਿੰਦੇ ਹਨ ਜਿਸ ਪ੍ਰਕਾਰ ਇਨ ਕੋ ਆਚਰਨੋ। ਜਿਸ ਤਰੀਕੇ ਦੇ ਨਾਲ ਬਾਬਾ ਬੁੱਢਾ ਸਾਹਿਬ ਦਾ ਆਚਰਣ ਕਰਤੱਵ ਸੀ, ਕਰੈਕਟਰ ਸੀ, ਉਹ ਬਾਅਦ ਚ ਕਹਾਂਗੇ। ਸਰਬ ਭਾਂਤ ਕੀ ਸਖਤ ਵਿਸਾਲਾ। ਸਾਰੇ ਤਰੀਕਿਆਂ ਦੇ ਨਾਲ ਸ਼ਕਤੀ ਸੀ ਜਿਨ੍ਹਾਂ ਦੇ ਵਿੱਚ। ਜਿਮ ਚਾਹਸ ਤਿਮ ਕਰਨੇ ਵਾਲਾ। ਜਿਵੇਂ ਚਾਹੁੰਦੇ ਉਵੇਂ ਹੀ ਕਰਨ ਵਾਲੇ ਸਮਰੱਥ ਸਨ ਬਾਬਾ ਜੀ। ਅਨਕ ਭਾਂਤ ਕੇ ਬਿਗਨ ਹੋ ਪਾਏ। ਅਨੇਕ ਪ੍ਰਕਾਰ ਦੇ ਜਿਹੜੇ ਵਿਗਨ ਸਨ, ਇਸ ਪ੍ਰਕਾਰ ਉਹਨਾਂ ਦੇ ਉਪਾਏ ਯਤਨ ਕੀਤੇ, ਦੂਰ ਕੀਤੇ। ਨਹ ਜਿਨ ਕੀਨਸ ਕਬਹੁ ਲਖਾਏ। ਤੇ ਕਦੇ ਵੀ ਕਿਸੇ ਨੂੰ ਜਣਾਇਆ ਨਹੀਂ।
ਪਰਉਪਕਾਰ ਕੀਤੇ ਨੇ, ਪਰ ਕਦੇ ਕਿਸੇ ਨੂੰ ਜਣਾਇਆ ਨਹੀਂ ਵੀ ਅਸੀਂ ਆਹ ਕੁਛ ਕਰ ਸਕਦੇ, ਆਹ ਕਰ ਦਿਆਂਗੇ। ਕਦੇ ਅਜਰ ਨੂੰ ਜਰਨ ਵਾਲੇ ਹੋਏ ਨੇ। ਧਰਨੀ ਸਮ ਜਿਹ ਧੀਰਜ ਧਾਰੀ, ਜਿਨ੍ਹਾਂ ਦੇ ਵਿੱਚ ਬਾਬਾ ਬੁੱਢਾ ਸਾਹਿਬ ਧਰਤੀ ਵਰਗਾ ਧੀਰਜ ਸੀ, ਜਰਨ ਸ਼ਕਤੀ। ਪੌਣ ਪੀਰ ਤੇ ਟਰੇ ਨਾ ਟਾਰੀ, ਤੋ ਪੌਣ ਰੂਪ ਪੀਰ ਦੁੱਖ ਤੋਂ ਕਦੇ ਵੀ ਟਾਲਿਆ ਨਹੀਂ ਟਲੀ ਹੈ ਬਾਬਾ ਜੀ, ਅਜਰ ਜਨ ਸ਼ਕਤੀ ਹੋਈ ਹੈ। ਤਿਸ ਕੋ ਬੰਸ ਸੋ ਤਾਲ ਮਨਿੰਦ, ਉਹਨਾਂ ਦੀ ਬੰਸ ਜਿਹੜੀ ਹੈ ਸਰੋਵਰ ਦੀ ਨਿਆਈ ਹੋਈ ਅੱਗੇ। ਉਪਜਿਉ ਰਾਮ ਕੋਇਰ ਅਰਬਿੰਦ, ਤੋ ਉਹਨਾਂ ਦੀ ਕੋਲ ਦੇ ਵਿੱਚ ਸਰੋਵਰ ਰੂਪ ਦੇ ਵਿੱਚ ਭਾਈ ਰਾਮ ਕੌਰ ਜੀ ਕਮਲ ਦੀ ਨਿਆਈ ਪੈਦਾ ਹੋਏ। ਦਸਵੇਂ ਪਾਤ ਸਾਹੇ ਬਰ ਬੀਰ, ਦਸਵੇਂ ਪਾਤਸ਼ਾਹ ਮਹਾਰਾਜ ਮਹਾਨ ਜੋ ਬਹਾਦਰ ਹੋਏ ਹਨ ਸਤਿਗੁਰੂ ਜੀ। ਤਿਨਹੋ ਪਾਦ ਪੰਕਜ ਕੇ ਤੀਰ, ਉਹਨਾਂ ਦੇ ਚਰਨਾਂ ਕਮਲਾਂ ਦੇ ਪਾਸ ਭਾਈ ਰਾਮ ਕੌਰ ਜੀ ਹੋਏ ਨੇ ਬਾਬਾ ਜੀ ਦੇ ਵੰਸ਼ ਵਿੱਚੋਂ। ਮਦਪ ਮਨਿੰਦ ਆਨੰਦ ਮਕਰੰਦ, ਤੋ ਮੇਰੇ ਸਤਿਗੁਰੂ ਪਾਏ ਚਰਨਾਂ ਕਮਲਾਂ ਦੇ ਧੂੜੇ ਦੇ ਆਨੰਦ ਨੂੰ ਮਾਨਣ ਵਾਲੇ ਹੋਏ ਨੇ। ਇਸ ਪ੍ਰਕਾਰ ਭੌਰੇ ਦੀ ਨਿਆਈ। ਤਜਿਓ ਨ ਪਾਸ ਮੁਕੰਦ ਬਲਿੰਦ, ਤੋ ਮਹਾਨ ਮੁਕਤੀ ਦੇ ਦਾਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਤਿਆਗ ਨਹੀਂ ਕੀਤਾ ਭਾਈ ਰਾਮ ਕੌਰ ਜੀ ਦੇ ਚਰਨਾਂ ਵਿੱਚ ਹੀ ਹਾਜ਼ਰ ਰਹੇ। ਸ੍ਰੀ ਗੁਰੂ ਤੇਗ ਬਹਾਦਰ ਪਾਛੇ, ਧੰਨ ਸਾਹਿਬ ਗੁਰੂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਬਾਅਦ ਦੀਨਸ ਤਿਲਕ ਦਸਮ ਗੁਰ ਆਛੇ, ਦਸਵੇਂ ਸਤਿਗੁਰੂ ਪਾਤਸ਼ਾਹ ਨੂੰ ਗੁਰਤਾ ਗੱਦੀ ਤਿਲਕ ਇਹਨਾਂ ਨੇ ਬਖਸ਼ਿਸ਼ ਕੀਤਾ ਸੀ। ਕਲਗੀ ਜਿਗਾ ਜਰਾਉਨ ਜਰੀ, ਤੋ ਕਲਗੀ ਤੇ ਜਿਗਾ ਜਿਹਦੇ ਵਿੱਚ ਜੜਾਊ ਜੜੇ ਹੋਏ ਸਨ ਹੀਰੇ ਆਦਿਕ ਜੋ ਐਸੀ, ਜਦੋਂ ਦਸਮ ਪਾਤਸ਼ਾਹ ਨੂੰ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਬਾਬਾ ਜੀ ਦੀ ਵੰਸ਼ ਨੇ, ਇਹ ਜਿਹੜੀਆਂ ਦਾਤਾਂ ਨੇ ਇਹ ਕਲਗੀਧਰ ਪਾਤਸ਼ਾਹ ਨੂੰ ਭੇਟਾ ਕੀਤੀਆਂ ਸਨ। ਇੰਤੇ ਲੈ ਸਤਗੁਰ ਸਿਰ ਧਰੀ, ਤੇ ਉਹਨਾਂ ਤੋਂ ਲੈ ਕਰਕੇ ਭਾਈ ਰਾਮ ਕੌਰ ਜੀ ਤੋਂ ਦਸਵੇਂ ਪਾਤਸ਼ਾਹ ਨੇ ਸੀਸ ਤੇ ਆਪਣਾ ਧਾਰਨ ਕੀਤਾ ਸੀ। ਇਹ ਸਤ ਸੰਗ ਜੀ ਇਸ ਪ੍ਰਕਾਰ ਸੋ ਦਾਸ ਕੈਨੇਡਾ 'ਚ ਉਹ ਕਥਾ ਕਰਦਾ ਸੀ। ਇੱਕ ਬਜ਼ੁਰਗ ਮਾਤਾ ਜੀ ਨੇ ਸਵਾਲ ਕੀਤਾ ਸੀ, ਬਹੁਤ ਇਸ ਗੱਲ ਦਾ ਘੱਟ ਪ੍ਰਚਾਰ ਹੈ। ਤੇ ਉਹ ਮਾਤਾ ਜੀ ਨੇ ਪ੍ਰੇਮ ਨਾਲ ਕਿਹਾ, ਗਿਆਨੀ ਜੀ ਦੱਸੋ। ਉੱਥੇ ਦੇ ਗ੍ਰੰਥੀ ਸਾਹਿਬ ਸਨ ਬਾਬਾ ਨਿਹੰਗ ਸੋਹਣੀ, ਉਹਨਾਂ ਨੂੰ ਸਵਾਲ ਕੀਤਾ। ਮੈਨੂੰ ਕਹਿੰਦੇ ਗਿਆਨੀ ਜੀ ਤੁਸੀਂ ਜਵਾਬ ਦਿਓ। ਤਾਂ ਮਾਤਾ ਜੀ ਨੇ ਸਵਾਲ ਕੀਤਾ, ਭਾਈ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਸੋ ਗੁਰਤਾ ਗੱਦੀ ਕਿੱਥੇ ਦਿੱਤੀ ਗਈ ਸੀ? ਤਾਂ ਇਹ ਸਤ ਸੰਗਤ ਜੀ ਗੱਲ ਸੋ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਸੇਵਾ ਮਹਾਰਾਜ ਨੇ ਲਈ ਕਰਕੇ ਸੋ ਜਦੋਂ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਗੁਰਤਾ ਗੱਦੀ ਜਿਹੜੀ ਹੈ ਸੋ ਲੋਹੇ ਦੇ ਪਿੰਜਰੇ ਵਿੱਚੋਂ ਭੇਜੀ ਹੈ ਸੱਚਖੰਡ ਜਾਣ ਤੋਂ ਪਹਿਲਾਂ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਭੋਰਾ ਸਾਹਿਬ ਹੈ ਨਾਵੇਂ ਪਾਤਸ਼ਾਹ ਮਹਾਰਾਜ ਦਾ ਅਸਥਾਨ। ਭੋਰਾ ਸਾਹਿਬ ਦੇ ਸਾਹਮਣੇ ਹੀ ਇਸ ਪ੍ਰਕਾਰ ਥੜਾ ਸਾਹਿਬ ਅਸਥਾਨ ਹੈ, ਜਿੱਥੇ ਬੈਠੇ ਸਨ ਸਤਿਗੁਰੂ ਜੀ ਤੇ ਕਸ਼ਮੀਰੀ ਪੰਡਤਾਂ ਨੇ ਪੁਕਾਰ ਕੀਤੀ ਸੀ। ਉਸ ਦੇ ਇਸ ਪ੍ਰਕਾਰ ਪੱਛਮ ਦੇ ਪਾਸੇ ਪਿਛਲੇ ਪਾਸੇ ਗੁਰਦੁਆਰਾ ਦਮਦਮਾ ਸਾਹਿਬ ਹੈ। ਉੱਥੇ ਮਹਾਰਾਜ ਦਾ ਜਿਹੜਾ ਦੀਵਾਨੇ ਖਾਸ ਹੁੰਦਾ ਸੀ, ਉਹ ਦਮਦਮਾ ਸਾਹਿਬ ਅਸਥਾਨ ਇਸੇ ਹੀ ਵਾਸਤੇ, ਇਸੇ ਹੀ ਯਾਦ ਵਿੱਚ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉੱਥੇ ਵਿਸ਼ੇਸ਼ ਦੀਵਾਨ ਸਜਾਇਆ, ਵਿਸ਼ੇਸ਼ ਸਿੱਖ ਇਕੱਤਰ ਹੋਏ ਤੇ ਸਾਹਿਬ ਗੁਰੂ ਦਸਮ ਪਾਤਸ਼ਾਹ ਨੂੰ ਗੁਰਤਾ ਗੱਦੀ ਉੱਥੇ ਬਖਸ਼ਿਸ਼ ਹੋਈ ਸੀ। ਉਹ ਦਮਦਮਾ ਸਾਹਿਬ ਅਸਥਾਨ ਹੈ। ਕਈ ਸਾਡੇ ਵਿਦਵਾਨ ਹੋਰ ਨਾਮ ਲਈ ਜਾਂਦੇ ਨੇ। ਸੋ ਇਸ ਪ੍ਰਕਾਰ ਉਹ ਦਮਦਮਾ ਸਾਹਿਬ ਅਸਥਾਨ ਹੈ ਜਿੱਥੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਤਾ ਗੱਦੀ ਸੋ ਬਾਬਾ ਬੁੱਢਾ ਸਾਹਿਬ ਜੀ ਦੀ ਬੰਸ ਦੇ ਬਾਬਾ ਗੁਰਦਿੱਤਾ ਜੀ, ਭਾਈ ਗੁਰਦਿੱਤਾ ਜੀ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦੇ ਹੱਥੀਂ ਭੇਜੀ ਸੀ। ਭਾਈ ਸਾਹਿਬ ਜੀ ਲਿਖਦੇ, ਭਾਈ ਰਾਮ ਕੌਰ ਸਾਹਿਬ ਜੀ ਨੇ ਉਸ ਵੇਲੇ ਗੁਰਿਆਈ ਗੱਦੀ ਬਖਸ਼ਿਸ਼ ਕੀਤੀ ਸੀ ਮਹਾਰਾਜ। ਤੋ ਇਸ ਤਰੀਕੇ ਦੇ ਨਾਲ ਤੋ ਕਲਗੀਧਰ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਇਸ ਪ੍ਰਕਾਰ ਸੋ ਕਲਗੀ ਜਿਗਾ ਹੀਰੇ ਜੜਤ ਜਿਹੜੀ ਉਹ ਸੌਂਪੀ ਤੇ ਮਹਾਰਾਜ ਨੇ ਆਪ ਦੇ ਸੀਸ ਤੇ ਧਾਰਨ ਕੀਤੀ ਸੀ ਲੈ ਕਰਕੇ। ਆਜੁਦ ਦਏ ਆਦ ਸ਼ਮਸ਼ੇਰ, ਤੋ ਸ਼ਮਸ਼ੀਰ ਤਲਵਾਰ ਤੋਂ ਲੈ ਕਰਕੇ ਹੋਰ ਸ਼ਸਤਰ ਵੀ ਜਿਹੜੇ ਸੀ ਇਸ ਪ੍ਰਕਾਰ ਗੁਰਤਾ ਗੱਦੀ ਨਾਲ ਬਖਸ਼ਿਸ਼ ਕੀਤੇ ਸਨ। ਲੈ ਕਰ ਧਾਰੇ ਗੁਰ ਸਮ ਸ਼ੇਰ, ਤੇ ਮੇਰੇ ਸਾਧੂਗਰਾਂ ਨੇ ਸ਼ਸਤਰ ਲਾ ਕੇ ਸ਼ੇਰ ਦੀ ਨਿਆਈ ਧਾਰਨ ਕੀਤੇ ਸਨ। 10 ਪਾਤ ਸਾਹਨ ਕੇ ਨਿਤ ਸੰਗੀ, ਦਸਾਂ ਪਾਤਸ਼ਾਹ ਨਿਤ ਪ੍ਰਤੀ ਸੰਗੀ ਰਹੇ। ਇਸ ਪ੍ਰਕਾਰ ਬਾਬਾ ਬੁੱਢਾ ਜੀ ਦੀ ਬੰਸ ਜਿਹੜੀ ਹੈ ਸਤਿਗੁਰ ਕ੍ਰਿਤ ਕੋ ਚਿਤ ਚਹਿ ਚੰਗੀ, ਤੋ ਜੋ ਵੀ ਗੁਰੂ ਸਾਹਿਬ ਜੀ ਕ੍ਰਿਤ ਕੰਮ ਕਰਦੇ ਨੇ ਉਸ ਨੂੰ ਚੰਗਾ ਹੀ ਚਾਹੁੰਦੇ।
ਕਦੇ ਵੀ ਕਿੰਤੂ ਨਹੀਂ ਕੀਤਾ ਬਾਬਾ ਜੀ ਦੀ ਬੰਸ ਨੇ। ਜਗ ਮਹਿ ਬਹੁ ਸਿੱਖੀ ਬਿਸਤਾਰੀ, ਜਗਤ ਵਿੱਚ ਬਹੁਤ ਗੁਰਸਿੱਖੀ ਦਾ ਵਿਸਥਾਰ ਕੀਤਾ ਹੈ। ਅਨਕ ਨਰਨ ਕਹੋ ਕੀਨ ਉਧਾਰੀ, ਅਨੇਕਾਂ ਹੀ ਲੋਕਾਂ ਦਾ ਉਧਾਰ ਕੀਤਾ ਬਾਬਾ ਜੀ ਹੁਣਾਂ ਨੇ। ਜਥਾ ਚੱਕਰਵੈ ਅਦਪਤ ਆਗੇ, ਜਿਸ ਤਰ੍ਹਾਂ ਚੱਕਰਵਰਤੀ ਪਾਤਸ਼ਾਹ ਹੋਵੇ ਤੇ ਉਹਦੇ ਮੂਹਰੇ ਜਿਵੇਂ ਹੁੰਦੇ ਹਨ ਮੰਤਰੀ ਰਹੇ ਸੁਮਤ ਮਹਿ ਲਾਗੇ, ਵਜ਼ੀਰ ਹੁੰਦੇ ਨੇ ਮੁਖੀ, ਤੇ ਉਹ ਰਾਜੇ ਦੀ ਮੱਤ ਵਿੱਚ ਲੱਗੇ ਹੁੰਦੇ ਨੇ। ਭਾਵ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਰੂਪ ਚੱਕਰਵਰਤੀ ਪਾਤਸ਼ਾਹ ਜੀ ਤੇ ਬਾਬਾ ਬੁੱਢਾ ਸਾਹਿਬ ਦੀ ਬੰਸ ਵਜ਼ੀਰਾਂ ਦੀ ਨਿਆਈ ਸੇਵਾ ਸੰਭਾਲਦੇ ਰਹੇ ਹਨ। ਤਿਮ ਸਤਿਗੁਰ ਘਰ ਕੇ ਇਹ ਭਏ, ਇਉਂ ਸਤਿਗੁਰੂ ਪਾਤਸ਼ਾਹ ਗੁਰੂ ਘਰ ਦੇ ਸੇਵਕ ਹੋਏ ਹਨ। ਅਤ ਸੋਭਾ ਸਿੱਖੀ ਕਹੋ ਦਏ, ਤੇ ਬੜੀ ਭਾਰੀ ਗੁਰਸਿੱਖੀ ਨੂੰ ਸੋਭਾ ਦਿੱਤੀ ਹੈ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਜੀ ਹੁਣਾਂ ਨੇ। ਸਤਿਗੁਣ ਕੇ ਇਹ ਕੋਸ ਵਿਸਾਲੇ, ਤੇ ਸ਼ੁਭ ਗੁਣਾਂ ਦੇ ਤੇ ਖਜ਼ਾਨੇ ਹੀ ਸਨ ਬਾਬਾ ਬੁੱਢਾ ਸਾਹਿਬ ਜੀ ਤੇ ਇਹਨਾਂ ਦੀ ਵੰਸ। ਭੇ ਪ੍ਰਾਪਤ ਜੋ ਇਨ ਮਗ ਚਾਲੇ, ਤੋ ਜਿਹੜੇ ਇਹਨਾਂ ਦੇ ਰਸਤੇ ਤੇ ਚੱਲਣੇ ਦੱਸੇ ਹੋਏ ਰਸਤੇ ਤੇ ਉਹ ਪ੍ਰਾਪਤ ਹੋਏ ਨੇ, ਮੁਕਤੀ ਨੂੰ ਗਿਆਨ ਦੀ ਪ੍ਰਾਪਤੀ ਕੀਤੀ ਉਹਨਾਂ ਨੇ। ਸ੍ਰੀ ਸਤਿਗੁਰ ਦਸਵੇਂ ਪਾਤ ਸਾਹੂ, ਧੰਨ ਸ੍ਰੀ ਸਤਿਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ। ਗਮਨ ਕੀਨ ਜਬ ਸੱਚਖੰਡ ਮਾਹੂ, ਜਦੋਂ ਸੱਚਖੰਡ ਦੇ ਵਿੱਚ ਗਮਨ ਕੀਤਾ ਹੈ ਮਹਾਰਾਜ ਦਸਮ ਪਾਤਸ਼ਾਹ ਜੀ ਨੇ, ਪੰਥ ਖਾਲਸਾ ਉਤਪਤ ਕਰ ਕੈ, ਮਹਾਰਾਜ ਨੇ ਖਾਲਸਾ ਪੰਥ ਪੈਦਾ ਕਰ ਦਿੱਤਾ। ਜਦੋਂ ਰਾਜ ਤੇਜ ਕੋ ਛਿਤਰ ਸੋ ਧਰ ਕੈ, ਇਸ ਪ੍ਰਕਾਰ ਸੋ ਰਾਜ ਤੇਜ, ਰਾਜ ਦਾ ਤੇਜ ਪ੍ਰਤਾਪ ਜਿਹੜਾ ਸੀ ਇਸ ਪ੍ਰਕਾਰ ਉਸ ਨੂੰ ਧਾਰਨ ਕਰਕੇ, ਤੁਰਕ ਤੇਜ ਦ੍ਰਿੜ ਤਰੁ ਉਖਾਰਾ, ਤੋ ਜਿਹੜਾ ਤੁਰਕਾਂ ਦਾ ਤੇਜ ਪ੍ਰਤਾਪ ਸੀ ਉਸ ਨੂੰ ਸੋ ਦਰਖਤ ਨੂੰ ਜੜ੍ਹਾਂ ਤੋਂ ਉਖਾੜਿਆ ਮਹਾਰਾਜ ਨੇ। ਹਿੰਦ ਧਰਮ ਰਾਖਿਓ ਪ੍ਰਤਪਾਰਾ, ਹਿੰਦੂ ਧਰਮ ਦੀ ਰੱਖਿਆ ਕੀਤੀ ਦਸਮ ਪਾਤਸ਼ਾਹ ਮਹਾਰਾਜ ਨੇ। ਤੋ ਜਿਹੜਾ ਦਸਮ ਪਾਤਸ਼ਾਹ ਮਹਾਰਾਜ ਨੇ ਆਪ ਬਚਨ ਕੀਤਾ ਵੀ ਅਕਾਲ ਪੁਰਖ ਜੀ ਦੇ ਨਾਲ ਹੇਮਕੁੰਡ ਸਾਹਿਬ ਜੀ ਵਿਖੇ ਜਿਸ ਵੇਲੇ ਬਚਨ ਹੋਏ ਨੇ, ਕਹਿੰਦੇ ਸਾਡੀ ਤਾਂ ਸੁਰਤ ਲੱਗੀ ਹੋਈ ਸੀ ਮਹਾਰਾਜ ਦੇ ਚਰਨਾਂ ਵਿੱਚ ਤੇ ਚਿੱਤ ਨਹੀਂ ਸੀ ਕਰਦਾ ਮਾਤ ਲੋਕਾਂ ਵਿੱਚ ਆਉਣ ਨੂੰ। ਮਾਲਕ ਵਾਹਿਗੁਰੂ ਨੇ ਸਮਝਾਇਆ ਤੇ ਆਪਣੇ ਪੁੱਤਰ ਦਾ ਬਚਨ ਦਿੱਤਾ ਵੀ ਮੈਂ ਆਪਣਾ ਪੁੱਤਰ ਨਿਵਾਜ ਕੇ ਤੁਹਾਨੂੰ ਦੁਨੀਆ 'ਚ ਭੇਜ ਰਿਹਾ, ਤੁਹਾਡੇ ਬਿਨਾਂ ਹੁਣ ਸਰਦਾ ਨਹੀਂ, ਤੁਹਾਨੂੰ ਜਾਣਾ ਪੈਣਾ। ਤੇ ਉਸ ਵੇਲੇ ਅਕਾਲ ਪੁਰਖ ਨੇ ਡਿਊਟੀ ਲਾਈ ਸੀ, ਤੁਸੀਂ ਕਰਨਾ ਕੀ ਹੈ, ਧਰਮ ਚਲਾਵਨ ਸੰਤ ਉਬਾਰ, ਧਰਮ ਦੀ ਹੈ ਕਿਸੇ ਦਾ ਬੇਰਵਾ ਨਹੀਂ। ਇਸ ਵਾਸਤੇ ਸੋ ਤਿਲਕ ਜੰਜੂ ਕਿਉਂਕਿ ਧਰਮ ਦੇ ਚਿੰਨ੍ਹ ਸਨ, ਨਰੰਗਾ ਜਿਹੜਾ ਸੀ ਨਾਸ ਕਰ ਲਿਆ ਸੀ। ਇਸ ਲਈ ਮੇਰੇ ਸਤਿਗੁਰੂ ਅਕਾਲ ਪੁਰਖ ਦਾ ਹੁਕਮ ਮੰਨ ਕਰਕੇ ਆਪਣੇ ਪਿਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ 9 ਸਾਲ ਦੀ ਉਮਰ ਵਿੱਚ ਤੋਰਿਆ ਸੀ। ਮਹਾਰਾਜ ਤੁਹਾਡੇ ਤੋਂ ਵੱਡਾ ਕਿਹੜਾ ਮਹਾਂਪੁਰਸ਼ ਹੈ, ਤੁਸੀਂ ਸੀਸ ਕੁਰਬਾਨ ਕਰਕੇ ਤਿਲਕ ਜੰਜੂ ਦੀ ਰਾਖੀ ਕਰੋ, ਹਿੰਦੂ ਧਰਮ ਦੀ ਰਾਖੀ ਕਰੋ। ਇਉਂ ਮੇਰੇ ਸਤਿਗੁਰੂ ਪਾਤਸ਼ਾਹ ਨੇ ਸੋ ਕਿਰਪਾ ਕਰਕੇ ਹਿੰਦ ਧਰਮ ਦੀ ਰਾਖੀ ਕੀਤੀ ਸੀ। ਭਾਈ ਰਾਮ ਕੋਇਰ ਤਬ ਰਹੇ, ਭਾਈ ਰਾਮ ਕੌਰ ਜੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹੇ ਸਨ। ਰਾਮਦਾਸ ਕੇ ਗ੍ਰਾਮ ਜੋ ਲਹੇ, ਰਮਦਾਸ ਨਗਰ ਜੋ ਅੰਮ੍ਰਿਤਸਰ ਦੇ ਨੇੜੇ ਹੈ ਉੱਥੇ ਰਹਿੰਦੇ ਸਨ। ਤਹਾਂ ਬਿਰਾਜਤ ਦਿਵਸ ਬਿਤਾਏ, ਉੱਥੇ ਰਹਿ ਕਰਕੇ ਕੁਝ ਦਿਨ ਜਦੋਂ ਗੁਜ਼ਾਰੇ ਹਨ, ਕੇਤਕ ਸਿੰਘ ਤਿਨਹੁ ਢਿਗ ਆਏ, ਕੁਝ ਸਿੰਘ ਫਿਰ ਇਹਨਾਂ ਦੇ ਪਾਸ ਆਏ। ਭਾਵ ਜਦੋਂ ਦਸਮ ਪਾਤਸ਼ਾਹ ਮਹਾਰਾਜ ਖਾਲਸਾ ਪੰਥ ਪੈਦਾ ਕਰਕੇ ਸੋ ਸੱਚਖੰਡ ਹਜੂਰ ਸਾਹਿਬ ਜੀ ਵਿਖੇ ਭਾਣਾ ਵਰਤਾਇਆ, ਸੱਚਖੰਡ ਪਿਆਨਾ ਕਰ ਗਏ, ਤਾਂ ਕੁਝ ਮਹਾਰਾਜ ਸਤਿਗੁਰੂ ਜੀ ਦੇ ਪ੍ਰੇਮੀ ਗੁਰੂ ਕੇ ਸਿੰਘ ਜਿਹੜੇ ਸਨ ਬਾਬਾ ਜੀ ਦੇ ਪਾਸ ਰਮਦਾਸ ਪਹੁੰਚੇ। ਸਾਹਿਬ ਸਿੰਘ ਆਦਿਕ ਬੁੱਧਵਾਨ, ਭਾਈ ਸਾਹਿਬ ਸਿੰਘ ਜੀ ਹੋਏ ਨੇ ਤੋ ਮਹਾਰਾਜ ਕਲਗੀਧਰ ਜੀ ਦੇ ਮੁਖੀ ਗੁਰਸਿੱਖ ਸਿੰਘਾਂ ਦੇ ਵਿੱਚੋਂ ਹੋਏ ਨੇ। ਸ਼ਾਇਦ ਭਾਈ ਸਾਹਿਬ ਸਿੰਘ ਡਾਇਰੀ ਲਿਖਿਆ ਕਰਦੇ ਸੀ, ਦਮਾ ਪੁਰਖਾਂ ਨੇ ਦੱਸਿਆ ਹੋਇਆ। ਤੋ ਉਹਨਾਂ ਤੋਂ ਮੁਖੀ ਸਿੱਖਾਂ ਤੋਂ ਲੈ ਕਰਕੇ ਸਿੰਘਾਂ ਦੇ ਨਾਲ ਇਹ ਸਿੰਘ ਆਏ ਸਨ ਬਾਬਾ ਜੀ ਦੇ ਕੋਲ। ਜਿਨ ਕੇ ਸਤਿਗੁਰ ਪਦ ਕੋ ਧਿਆਨ, ਤੋ ਜਿਹਨਾਂ ਦਾ ਗੁਰੂ ਪਦਵੀ ਵਿੱਚ ਧਿਆਨ ਸੀ, ਕਥਾ ਗੁਰਨ ਕੀ ਸੁਨਬੇ ਚਾਹਤ, ਤੋ ਗੁਰਸਿੱਖਾਂ ਨੇ ਮਹਾਂਪੁਰਖ ਦੱਸਿਆ ਕਰਦੇ ਜਦੋਂ ਦਸਮ ਪਾਤਸ਼ਾਹ ਮਹਾਰਾਜ ਜੀ ਭਾਣਾ ਵਰਤਾ ਗਏ ਤੇ ਖਾਲਸਾ ਜੁੜਿਆ ਹੋਇਆ, ਉਸ ਵੇਲੇ ਬਹੁਤ ਘਬਰਾਹਟ ਵਿੱਚ ਹੀ ਹੁਣ ਕੀ ਕਰੀਏ। ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਲੜ ਤਾਂ ਲਾਇਆ ਸੀ, ਪਰ ਹੁਣ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕੀ ਕਰੀਏ ਬੈਠ ਕੇ। ਤਾਂ ਉਸ ਵੇਲੇ ਤੇ ਇਹ ਭਾਈ ਸਾਹਿਬ ਸਿੰਘ ਜੀ ਹੁਣੀ ਮੁਖੀ ਸਿੰਘਾਂ ਨੇ ਵਿਚਾਰ ਕਰਕੇ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਭਾਈ ਮਹਾਰਾਜ ਦਸਾਂ ਸਤਿਗੁਰਾਂ ਦੀ ਕੋਈ ਕਥਾ ਸੁਣਾਵੇ ਸਾਨੂੰ ਮਹਾਰਾਜ ਦੇ ਚਰਨਾਂ 'ਚ ਬੈਠ ਕਰਕੇ, ਅਸੀਂ ਗੁਰੂ ਸਾਹਿਬ ਦੀ ਸੋ ਜਸ ਸੁਣਿਆ ਕਰੀਏ ਤੇ ਮਹਾਰਾਜ ਦੇ ਉਪਦੇਸ਼ ਸੁਣਿਆ ਕਰੀਏ ਤੇ ਇਉਂ ਗੁਰੂ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਤਸੰਗ ਦਾ ਆਨੰਦ ਮਾਣਿਆ ਕਰੀਏ। ਇਸ ਸੋ ਵਿਚਾਰ ਨੂੰ ਲੈ ਕਰਕੇ ਤੇ ਰਮਦਾਸ ਨਗਰ ਵਿੱਚ ਕਹਿੰਦੇ ਨੇ ਭਾਈ ਰਾਮਕਾਰ ਸਾਹਿਬ ਜੀ ਦੇ ਕੋਲ
ਇਹ ਫਿਰ ਗੁਰੂ ਦੇ ਸਿੰਘ ਪਹੁੰਚੇ ਸਨ। ਸੁਨ ਸੁਨ ਗੁਣ ਕੋ ਹਿਰਦਾ ਉਮਾਹਤ, ਤੋ ਗੁਣਾਂ ਨੂੰ ਸੁਣ ਸੁਣ ਕਰਕੇ ਹਿਰਦਾ ਉਤਸ਼ਾਹ ਦੇ ਵਿੱਚ ਹੁੰਦਾ ਹੈ। ਸ੍ਰੀ ਗੁਰ ਬਖਸ਼ ਸਿੰਘ ਕੇ ਪਾਸ, ਇਸ ਪ੍ਰਕਾਰ ਤੋ ਜਿਸ ਵੇਲੇ ਅੰਮ੍ਰਿਤ ਛਕਿਆ ਕਲਗੀਧਰ ਦੇ ਚਰਨ, ਇਹਨਾਂ ਦਾ ਨਾਮ ਭਾਈ ਗੁਰਬਖਸ਼ ਸਿੰਘ ਜੀ ਹੋਇਆ ਸੀ। ਪਹਿਲਾ ਨਾਮ ਰਾਮ ਕੋਇਰ ਸੀ, ਫਿਰ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਦੇ ਕੋਲ ਪਹੁੰਚੇ ਸਨ। ਸਭ ਸਿੰਘਨ ਕੀਨਸ ਅਰਦਾਸ, ਸਾਰੇ ਜੋ ਸਿੰਘ ਗਏ ਸਨ ਉਹਨੇ ਅਰਦਾਸ ਬੇਨਤੀ ਕੀਤੀ ਇਹਨਾਂ ਨੂੰ। ਮਹਿਦ ਪ੍ਰਸੰਗ ਗੁਰਨ ਕੇ ਜੇਤੇ, ਜਿਨਨੇ ਨਾ ਸੋਹਣੇ ਸੋਹਣੇ ਮਹਾਨ ਪ੍ਰਸੰਗ ਨਾ ਸਤਿਗੁਰਾਂ ਦੇ, ਕਰੁਣਾ ਕਰਹੁ ਉਚਾਰਹੁ ਤੇਤੇ, ਕਿਰਪਾ ਕਰਕੇ ਸੰਗਤ ਵਿੱਚ ਉਚਾਰਨ ਕਰਕੇ ਸੁਣਾਓ ਮਹਾਰਾਜ ਦੇ ਸੁੰਦਰ ਪ੍ਰਸੰਗਾਂ ਨੂੰ। ਸਭ ਸਿੱਖ ਸੰਗਤ ਸੁਨ ਬੇਚਾਹਤ, ਸਾਰੀਆਂ ਸਿੱਖ ਸੰਗਤਾਂ ਸਤਿਗੁਰਾਂ ਦੇ ਹੁਣ ਕੌਤਕਾਂ ਨੂੰ ਸੁਣਨਾ ਚਾਹੁੰਦੀਆਂ ਨੇ। ਸਤਿਗੁਰ ਗੁਣ ਕੋ ਮਹਾ ਉਮਾਹਤ, ਸਤਿਗੁਰੂ ਪਾਤਸ਼ਾਹ ਦੇ ਗੁਣਾਂ ਦੀ ਵਿਚਾਰ ਕਰਨ ਵਾਸਤੇ ਬੜਾ ਉਤਸ਼ਾਹ ਰੱਖਦੀਆਂ ਸੰਗਤਾਂ। ਚੰਦਰ ਬਦਨ ਤੇ ਸੁਦਾ ਸਮਾਨਾ, ਚੰਦਰਮਾ ਸਰੀਖੇ ਮੁਖ ਤੋਂ ਅੰਮ੍ਰਿਤ ਸਰੀਖੀ ਕਥਾ ਗੁਰੂ ਦੀ। ਪ੍ਰਗਟ ਕਰਹੁ ਪੀਵਹਿ ਪੁੱਟ ਕਾਨਾ, ਕੰਨਾਂ ਰੂਪ ਡੂਨਿਆਂ ਨਾਲ ਸਿੱਖ ਸੰਗਤਾਂ ਪੀਵਨ, ਇਹ ਤੁਸੀਂ ਕਥਾ ਪ੍ਰਗਟ ਕਰੋ। ਕਮਲ ਬਦਨ ਮਕਰੰਦ ਬਚਨ ਹੈ, ਇਸ ਪ੍ਰਕਾਰ ਕਮਲ ਸਰੀਖਾ ਮੁਖ ਹੈ, ਤੋ ਧੂੜੇ ਦੀ ਨਿਆਈ ਖੁਸ਼ਬੂਦਾਰ ਧੂੜਾ ਹੁੰਦਾ ਉੱਪਰ, ਉਹਦੇ ਤੁਹਾਡੇ ਬਚਨ ਹਨ। ਮਦਪ ਸਿੰਘ ਅਬਲਾਖਤ ਮਨ ਹੈ, ਤੋ ਗੁਰਸਿੱਖਾਂ ਦੇ ਮਨ ਭੌਰੇ ਵਰਗੇ ਹਨ। ਭਾਈ ਰਾਮ ਕੋਇਰ ਸੁਨ ਸਰੋਨ, ਕੰਨਾਂ ਵਿੱਚ ਸੁਣ ਕੇ ਭਾਈ ਰਾਮ ਕੌਰ ਜੀ ਨੇ ਕਹਿਓ ਚਾਹਤ ਗੁਰ ਗੁਣ ਸੁਖ ਪਾਉਨ, ਤੋ ਇਸ ਪ੍ਰਕਾਰ ਸੁੱਖਾਂ ਦੇ ਘਰ ਸਤਿਗੁਰੂ ਪਾਤਸ਼ਾਹ ਦੇ ਗੁਣਾਂ ਨੂੰ ਕਹਿਣਾ ਚਾਹੁੰਦੇ ਹੁਣ। ਇਹ ਪ੍ਰਸੰਗ ਸੁਨ ਸਰੋਤਾ ਸਾਰੇ, ਸਾਰੇ ਸਰੋਤਿਆਂ ਨੇ ਇਹ ਪ੍ਰਸੰਗ ਸੁਣਿਆ। ਮਿਲ ਸੰਤੋਖ ਸਿੰਘ ਨਿਕਟ ਉਚਾਰੇ, ਸੰਤੋਖ ਸਿੰਘ ਜੀ ਦੇ ਕੋਲ ਇਹ ਗੱਲ ਕੀਤੀ ਸਾਰੀ। ਰਾਮ ਕੋਰ ਕੀ ਪੂਰਬ ਕਥਾ, ਰਾਮ ਕੌਰ ਜੀ ਦੀ ਪੂਰਬ ਪਹਿਲੀ ਕਥਾ ਜੋ ਹੈ, ਹਮਹਿ ਸੁਨਾਵ ਹੋਈ ਜਥਾ, ਕਹਿੰਦੇ ਰਾਮ ਕੌਰ ਜੀ ਦੀ ਐਡੀ ਮਹਿਮਾ ਸਾਨੂੰ, ਉਹਨਾਂ ਦੀ ਕਥਾ ਛਡਾਓ ਕਿਹੋ ਜੇ ਸਨ। ਕਿਮ ਗੁਰ ਨਿਕਟ ਰਹੇ ਸੁਖ ਪਾਏ, ਗੁਰੂ ਕੋਲ ਰਹਿ ਕੇ ਕਿੱਦਾਂ ਸੁਖ ਪ੍ਰਾਪਤ ਕੀਤਾ ਉਹਨਾਂ ਨੇ। ਭੇ ਗੁਰ ਬਖਸ਼ ਸਿੰਘ ਕਿਸ ਭਾਏ, ਇਸ ਤਰੀਕੇ ਨਾਲ ਗੁਰਬਖਸ਼ ਸਿੰਘ ਕਿਵੇਂ ਬਣ ਕੇ ਨਾਮ ਬਦਲ ਗਿਆ। ਕਹੋ ਚਰਿਤਰ ਪ੍ਰਥਮ ਇਨ ਕੇਰਾ, ਪਹਿਲਾਂ ਕਹਿੰਦੇ ਇਹਨਾਂ ਦੇ ਕੌਤਕ ਦੱਸੋ, ਹਾਂ ਗੁਰੂਆਂ ਦੇ ਤੇ ਫਿਰ ਸੁਣਾਂਗੇ। ਪੁਨ ਉਚਰਹੁ ਇਤਿਹਾਸ ਵਡੇਰਾ, ਫਿਰ ਵੱਡਾ ਇਤਿਹਾਸ ਗੁਰੂ ਸਾਹਿਬਾਂ ਦਾ ਸੁਣਾਇਓ ਸਾਨੂੰ। ਕਵ ਇਮ ਸੁਨ ਸਰੋਤਨ ਤੇ ਬਾਨੀ, ਸਰੋਤਿਆਂ ਦੇ ਕੋਲੋਂ ਇਉਂ ਬਚਨ ਸੁਣ ਕਰਕੇ ਸੰਤੋਖ ਸਿੰਘ ਜੀ ਨੇ ਰਾਮ ਕੋਇਰ ਕੀ ਕਥਾ ਬਖਾਨੀ, ਰਾਮ ਕੌਰ ਜੀ ਦੀ ਕਥਾ ਫਿਰ ਕਥਨ ਕੀਤੀ ਹੈ। ਕੁਸ਼ਕ ਚਰਿਤਰ ਕਹੋ ਤਿਨ ਕੇਰਾ, ਕਹਿੰਦੇ ਕੁਛ ਕੁ ਉਹਨਾਂ ਦੇ ਕੌਤਕ ਤੁਹਾਨੂੰ ਸੁਣਾਉਂਦੇ ਹਾਂ। ਪਠਤ ਸੁਨਤ ਸੁਖ ਦੇਤ ਕਨੇਰਾ, ਪੜ੍ਹਨ ਸੁਣਨ ਮਹਾਨ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਮਨ ਵਾਸ਼ਤ ਫਲ ਪ੍ਰਾਪਤ ਹੋਵੇ, ਮਨੋ ਵਾਂਛ ਦਾ ਫਲ ਪ੍ਰਾਪਤ ਹੁੰਦੇ ਹਨ। ਸੰਚਿਤ ਪਾਪ ਸਭਨ ਕੋ ਖੋਵੈ, ਕੀਤੇ ਹੋਏ ਸਾਡੇ ਪਾਪ ਇਕੱਠੇ ਜਿਹੜੇ ਸਾਰੇ ਦੂਰ ਹੋ ਜਾਂਦੇ ਹਨ। ਬਿਮਲ ਮਤੀ ਹੋਏ ਲਹਿ ਸੁਖ ਧਾਮ, ਕਹਿੰਦੇ ਨੇ ਸੁੱਖਾਂ ਦੇ ਘਰ ਦੀ ਪ੍ਰਾਪਤੀ ਹੁੰਦੀ ਹੈ, ਬੁੱਧ ਉਜਲ ਹੋ ਜਾਂਦੀ ਹੈ। ਲਿਵ ਲਾਗੇ ਸਿਮਰਨ ਸਤਨਾਮ, ਸੱਚੇ ਨਾਮ ਦੇ ਵਿੱਚ ਸਿਮਰਨ ਵਿੱਚ ਲਿਵ ਲੱਗ ਜਾਂਦੀ ਹੈ। ਇਹਨਾਂ ਦੇ ਕੌਤਕਾਂ ਨੂੰ ਸਰਵਣ ਕਰਕੇ ਤੋ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਕਵੀ ਜੀ ਨੇ ਇੱਥੇ ਜਿਹੜਾ ਦੂਸਰਾ ਅੰਸ਼ੂ ਹੈ, ਇਹ ਸੰਪੂਰਨ, ਪਹਿਲਾ ਮੰਗਲਾਚਰਨ ਸੀ, ਦੂਸਰਾ ਅੰਸ਼ੂ ਇਹ ਸੰਪੂਰਨ ਹੈ। ਤੋ ਇਸ ਤਰੀਕੇ ਦੇ ਨਾਲ ਕਵੀ ਜੀ ਹੁਣ ਇਉਂ ਤਰਤੀਬ ਬਣਾ ਕਰਕੇ ਸੋ ਮਹਾਰਾਜ ਦਾ ਜਸ ਜਿਹੜਾ ਹੈ ਉਸ ਦਾ ਵਰਣਨ ਕਰ ਰਹੇ ਨੇ। ਸਤਿਗੁਰੂ ਜੀ ਬਖਸ਼ਿਸ਼ ਕਰਨ, ਰਹਿਮਤ ਕਰਨ। ਸਤਿਗੁਰਾਂ ਦਾ ਜਸ ਸਰਵਣ ਕਰਕੇ, ਗੁਰੂ ਇਤਿਹਾਸ ਨੂੰ ਸੁਣ ਕਰਕੇ ਸਾਡੇ ਮਨ ਵਿੱਚ ਗੁਰਸਿੱਖੀ ਦਾ ਪਿਆਰ, ਗੁਰੂ ਦੇ ਚਰਨਾਂ ਦਾ ਪਿਆਰ ਪੈਦਾ ਹੋਵੇ। ਗੁਰਸਿੱਖ ਬਣ ਕਰਕੇ ਗੁਰੂ ਦੀ ਬਰਕਤ ਮਾਣ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹੱਥ ਆਪੇ ਮੇਲੇ ਦੀ ਬਰਕਤਾਂ ਦੇ ਪਾਤਰ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਦੇਹੋ ਸੱਜਣ ਅਸੀਸਣੀਆਂ, ਜੋ ਹੋਵੇ ਸਾਹਿਬ ਸੋ ਮੇਲ ਦੀ ਦਾਤ ਪ੍ਰਾਪਤ ਹੋਵੇ। ਮਨ ਵਾਸਤ ਫਲ ਪ੍ਰਾਪਤ ਹੋਵੇ, ਸੰਚਿਤ ਪਾਪ ਸਭਨ ਕੋ ਖੋਵੈ, ਬਿਮਲ ਮਤੀ ਹੋਏ ਲਹਿ ਸੁਖ ਧਾਮ, ਲਿਵ ਲਾਗੇ ਸਿਮਰਨ ਸਤਨਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।